11ਵੀਂ ਪੌੜੀ ਦੇ ਵਿੱਚ ਮਹਾਰਾਜ ਕੀ ਕਿਰਪਾ ਕਰ ਰਹੇ ਨੇ। ਮਹਾਰਾਜ ਕਹਿਣ ਲੱਗੇ, ਪੰਡਤ ਜੀ ਰੋਸ ਨ ਕੀਜੈ ਅੰਮ੍ਰਿਤ ਪੀਜੈ, ਰਹਿਣ ਨਹੀਂ ਸੰਸਾਰੇ। ਮਹਾਰਾਜ ਕਹਿਣ ਲੱਗੇ, ਪੰਡਤ ਜੀ ਕਿਸੇ ਤਰ੍ਹਾਂ ਦਾ ਰੋਸ, ਰੋਸ ਤੋਂ ਅਰਥ ਹੁੰਦਾ ਜਿਵੇਂ ਇੱਕ ਹੁੰਦਾ ਰੁੱਸਣਾ, ਇੱਕ ਹੁੰਦਾ ਗੁੱਸਾ, ਇੱਕ ਹੁੰਦਾ ਕ੍ਰੋਧ। ਇਹਨਾਂ ਤਿੰਨਾਂ ਦੇ ਵਿੱਚ ਅੰਤਰ ਹੈ, ਭੇਦ ਹੈ। ਜਿੱਥੇ ਬੋਲਣ ਦੇ ਵਿੱਚ ਅੱਖਰਾਂ ਦਾ ਭੇਦ ਹੈ, ਸ਼ਬਦਾਂ ਦਾ ਭੇਦ ਹੈ, ਅੰਤਰ ਹੈ, ਇਸੇ ਤਰ੍ਹਾਂ ਇਹਨਾਂ ਸ਼ਬਦਾਂ ਦੀ ਵਿਆਖਿਆ ਦੇ ਵਿੱਚ ਵੀ ਅੰਤਰ ਹੈ, ਭੇਦ ਹੈ। ਕਈ ਸ਼ਬਦ ਜਿਹੜੇ ਹੁੰਦੇ ਆ ਨਾ, ਉਹਨਾਂ ਦਾ ਬੋਲਣ ਦੇ ਵਿੱਚ ਭੇਦ ਹੁੰਦਾ, ਫਰਕ ਹੁੰਦਾ, ਪਰ ਅਰਥਾਂ ਦੇ ਵਿੱਚ ਭੇਦ ਫਰਕ ਨਹੀਂ ਹੁੰਦਾ। ਜਿਸ ਤਰ੍ਹਾਂ ਮੈਂ ਦਲੀਲ ਵਜੋਂ ਕਹਾਂ, ਪਾਣੀ ਇੱਕ ਸ਼ਬਦ ਹੈ। ਪੰਜਾਬੀ ਪਾਣੀ ਕਹਿ ਦਿੰਦੇ ਨੇ, ਹਿੰਦੂ ਕਹਿ ਦਿੰਦੇ ਆ ਜਲ, ਹਿੰਦੀ ਭਾਸ਼ਾ ਵਿੱਚ। ਅੰਗਰੇਜ਼ੀ ਵਿੱਚ ਕਹਿੰਦੇ ਆ ਵਾਟਰ, ਮੁਸਲਮਾਨ ਕਹਿ ਦਿੰਦੇ ਆਬ। ਹੁਣ ਇਹਨਾਂ ਅੱਖਰਾਂ ਦੇ ਵਿੱਚ ਵੀ ਫਰਕ ਹੈ ਅਤੇ ਸ਼ਬਦਾਂ ਦੇ ਵਿੱਚ ਵੀ ਭੇਦ ਹੈ। ਫਰਕ ਆ ਨਾ, ਪਾਣੀ, ਆਬ, ਜਲ, ਵਾਟਰ, ਪਰ ਅਰਥ ਇੱਕੋ ਹੀ ਹੈ। ਇਹ ਕਹਿ ਲਵੋ ਇਲਾਕਿਆਂ ਦੀ ਭਾਸ਼ਾ ਵੱਖਰੀ ਵੱਖਰੀ ਹੈ, ਅਰਥ ਇੱਕੋ ਹੀ ਹੈ। ਜਿਵੇਂ ਕਈ ਕਹਿ ਦਿੰਦੇ ਆ ਸਰਾਣਾ, ਕਈ ਕਹਿ ਦਿੰਦੇ ਆ ਤਕੀਆ, ਕਈ ਪਲੰਗ ਕਹਿ ਦਿੰਦੇ ਆ, ਕਈ ਬੈੱਡ ਕਹਿ ਦਿੰਦੇ ਆ, ਕਈ ਆਸਨ ਕਹਿ ਦਿੰਦੇ ਆ, ਅਰਥ ਇੱਕੋ ਹੀ ਆ। ਬੋਲਣ ਵਿੱਚ ਸ਼ਬਦਾਂ ਦਾ ਭੇਦ ਹੋਵੇ, ਸ਼ਬਦਾਂ ਦਾ ਫਰਕ ਹੋਵੇ, ਅਰਥ ਇੱਕੋ ਹੀ ਹੋਵੇ। ਇਸ ਤਰ੍ਹਾਂ ਦੇ ਬਹੁਤ ਸ਼ਬਦ ਤੁਹਾਨੂੰ ਮਿਲ ਜਾਣਗੇ। ਉਹ ਹੁੰਦਾ ਜਿਹੜੇ ਇਲਾਕੇ ਆ ਨਾ, ਇਲਾਕਿਆਂ ਦੀਆਂ ਭਾਸ਼ਾਵਾਂ ਵੱਖਰੀਆਂ ਵੱਖਰੀਆਂ ਹੁੰਦੀਆਂ, ਜਿਸ ਕਰਕੇ ਸ਼ਬਦ ਵੱਖਰੇ ਹੁੰਦੇ ਆ, ਭਾਸ਼ਾ ਵੱਖਰੀ ਹੁੰਦੀ ਆ, ਅੱਖਰ ਵੱਖਰੇ ਹੁੰਦੇ ਆ, ਅਰਥ ਇੱਕੋ ਹੀ ਹੁੰਦਾ। ਪਰ ਕਈ ਸ਼ਬਦ ਜਿਨ੍ਹਾਂ ਦੇ ਅੱਖਰ ਵੀ ਵੱਖਰੇ ਆ, ਸ਼ਬਦ ਵੀ ਵੱਖਰੇ ਆ, ਅਰਥ ਵੀ ਵੱਖਰੇ ਆ, ਔਰ ਵਿਆਖਿਆ ਵੀ ਵੱਖਰੀ ਹੋ ਜਾਂਦੀ ਆ। ਜਿਵੇਂ ਰੋਸ, ਗੁੱਸਾ, ਕ੍ਰੋਧ, ਇਹ ਤਿੰਨ ਸ਼ਬਦ ਹੈ। ਤਿੰਨੇ ਸ਼ਬਦਾਂ ਦੇ ਅੱਖਰ ਵੀ ਵੱਖਰੇ ਆ, ਕਿਉਂਕਿ ਰਾਰੇ ਨੂੰ ਹੋੜਾ, ਸੱਸਾ ਰੋਸ, ਗੱਗੇ ਨੂੰ ਔਂਕੜ ਉੱਤੇ ਅਧਿਕ, ਸੱਸੇ ਕੰਨਾ ਗੁੱਸਾ, ਕੱਕੇ ਨੂੰ ਹੋੜਾ, ਰਾਰਾ ਧੱਦਾ ਕ੍ਰੋਧ। ਅੱਖਰ ਵੱਖਰੇ ਹੋ ਗਏ ਨਾ। ਜਿੱਥੇ ਅੱਖਰ ਵੱਖਰੇ ਆ ਉੱਥੇ ਵੈਖਰੀ ਸ਼ਬਦ ਜਿਹੜੇ ਆ, ਵੈਖਰੀ ਕਹਿੰਦੇ ਆ ਮੂੰਹ ਦੇ ਵਿੱਚੋਂ ਬਣ ਕੇ ਬਾਹਰ ਨਿਕਲੇ ਹੋਏ ਸ਼ਬਦ, ਜਿਹੜੇ ਜ਼ਬਾਨ ਦੇ ਉੱਪਰ ਚੜ੍ਹ ਜਾਂਦੇ ਉਹਨੂੰ ਕਹਿੰਦੇ ਵੈਖਰੀ। ਵੈ ਕਹਿੰਦੇ ਆ ਵੱਖਰੇ ਵੱਖਰੇ, ਅੱਖਰੀ ਅੱਖਰ ਜਿਹੜੇ ਆ ਵੱਖਰੇ ਵੱਖਰੇ ਹੋ ਕੇ ਜ਼ਬਾਨ ਤੋਂ ਡਿੱਗਣੇ, ਬਾਹਰ ਨੂੰ ਨਿਕਲਣੇ, ਉਹਨੂੰ ਵੈਖਰੀ ਕਹਿੰਦੇ ਆ। ਅੱਖਰ ਵੀ ਵੱਖਰੇ, ਸ਼ਬਦ ਵੀ ਵੱਖਰੇ, ਅਤੇ ਸ਼ਬਦਾਂ ਦੇ ਅਰਥ ਵੀ ਵੱਖਰੇ, ਅਤੇ ਜਿਨ੍ਹਾਂ ਦੇ ਪ੍ਰਤੀ ਅਰਥ ਕੀਤੇ ਜਾਂਦੇ ਆ। ਕਿਉਂਕਿ ਜੋ ਵੀ ਸ਼ਬਦ ਬੋਲਿਆ ਜਾਂਦਾ ਨਾ, ਜੋ ਸ਼ਬਦ, ਉਹ ਸ਼ਬਦ ਦੀ ਵਿਆਖਿਆ ਜਿਹੜੀ ਆ ਉਹ ਸੰਸਾਰਕ ਦ੍ਰਿਸ਼ਟਮਨ ਪਦਾਰਥ ਦੇ ਪ੍ਰਤੀ ਹੈ। ਆਤਮਾ ਦੀ ਕੋਈ ਵਿਆਖਿਆ ਨਹੀਂ, ਪਰਮਾਤਮਾ ਦੀ ਕੋਈ ਵਿਆਖਿਆ ਨਹੀਂ, ਕੋਈ ਵੀ।
ਇਸੇ ਕਰਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਕਿਹਾ, ਆਪ ਆਪਣੀ ਬੁੱਧ ਜੇਤੀ ਵਰਨਤ ਭਿੰਨ ਭਿੰਨ ਤੋਹਿ ਤੇਤੀ। ਆਪਣੀ ਬੁੱਧੀ ਦੇ ਮੁਤਾਬਕ ਸਾਰੇ ਉਹਦੀ ਵਿਆਖਿਆ ਕਰਦੇ ਆ, ਪਰ ਉਹਦੀ ਵਿਆਖਿਆ ਹੁੰਦੀ ਨਹੀਂ। ਆਤਮਾ ਦੀ ਕੋਈ ਵਿਆਖਿਆ ਨਹੀਂ। ਦ੍ਰਿਸ਼ਟਮਾਨ ਜਿਹੜਾ ਪਦਾਰਥ ਹੈ, ਪਦਾਰਥ ਦਾ ਰੂਪ, ਪਦਾਰਥ ਦਾ ਆਕਾਰ, ਉਸ ਦੇ ਰੂਪ ਨੂੰ, ਉਸ ਦੇ ਆਕਾਰ ਨੂੰ ਦੇਖ ਕੇ ਫਿਰ ਉਸ ਵਸਤੂ ਨੂੰ ਨਾਮ ਦਿੱਤਾ ਜਾਂਦਾ ਹੈ। ਔਰ ਇੱਕ ਗੱਲ ਹੋਰ ਯਾਦ ਰੱਖਿਓ, ਬੜੀ ਮਜ਼ੇ ਵਾਲੀ ਗੱਲ ਹੈ। ਬਹੁਤ ਇਸ ਤਰ੍ਹਾਂ ਦੇ ਪਦਾਰਥ, ਇਸ ਤਰ੍ਹਾਂ ਦੀਆਂ ਵਸਤੂਆਂ ਧਰਤੀ ਦੇ ਉੱਪਰ ਵੀ ਔਰ ਸਮੁੰਦਰ ਦੇ ਵਿੱਚ ਵੀ, ਕਿਉਂਕਿ 70% ਪਾਣੀ ਆ, 30% ਧਰਤੀ ਆ। ਸਮੁੰਦਰ ਦੇ ਵਿੱਚ, ਧਰਤੀ ਦੇ ਵਿੱਚ ਪਤਾ ਹੀ ਨਹੀਂ ਕਿੰਨੀਆਂ ਕੁ ਵਸਤੂਆਂ, ਕਿੰਨੇ ਕੁ ਪਦਾਰਥ, ਕਿੰਨੇ ਕੁ ਜੀਵ ਜੰਤੂ, ਕਿੰਨੇ ਕੁ ਪੇੜ ਪੌਦੇ ਜਿਹੜੇ ਪਏ ਆ, ਜਿਨ੍ਹਾਂ ਦਾ ਨਾਮ ਹਜੇ ਤੱਕ ਸਾਇੰਸ ਨੇ ਕਹਿ ਲਵੋ, ਰਿਸ਼ੀ ਮੁਨੀ ਕਹਿ ਲਵੋ, ਪੀਰ ਪਕੰਬਰ ਕਹਿ ਲਵੋ, ਕਿਉਂਕਿ ਕਰਤੇ ਦੀ ਕੁਦਰਤ ਦਾ ਕਿਹੜਾ ਅੰਤ ਹੈ। ਕਰਤੇ ਦਾ ਅੰਤ ਤਾਂ ਹੋਣਾ ਹੀ ਨਹੀਂ। ਕੁਦਰਤ ਦਾ ਅੰਤ ਕਦੇ ਨਾ ਕਦਾਈ ਆਪਾਂ ਕਹਿ ਸਕਦੇ ਹਾਂ ਵੀ ਬੰਦਾ ਕਰ ਸਕਦਾ ਹੈ ਬੜਾ ਔਖਾ ਹੈ। ਕਰਤੇ ਦੀ ਕੁਦਰਤ ਦਾ ਵੀ ਅੰਤ ਬੜਾ ਔਖਾ, ਤੇ ਕਰਤੇ ਦਾ ਅੰਤ ਤਾਂ ਹੋਣਾ ਹੀ ਨਹੀਂ, ਉਹ ਤਾਂ ਭੁੱਲ ਜਾਓ। ਬਹੁਤ ਖਜ਼ਾਨਾ ਪਿਆ ਜਿਹੜਾ ਅਧੂਰਾ ਹੈ ਨਾਮ ਤੋਂ। ਜਿਵੇਂ ਜਿਵੇਂ ਦੇਖੋ, ਜਿਵੇਂ ਜਿਵੇਂ ਆਪਾਂ ਖੋਜ ਕਰਦੇ ਹਾਂ, ਤੇ ਜੋ ਦ੍ਰਿਸ਼ਟਮਾਨ ਪਦਾਰਥ ਹੈ, ਜੋ ਸੰਸਾਰ ਦੀ ਵਸਤੂ ਆਪਣੀ ਨਿਗਾਹ ਵਿੱਚ ਆਉਂਦੀ ਆ, ਉਸ ਵਸਤੂ ਦੇ, ਉਸ ਪਦਾਰਥ ਤੇ ਦਿੱਤੇ ਹੋਏ ਨਾਮ, ਇਹ ਸਾਡੇ ਰਿਸ਼ੀਆਂ ਦੇ, ਸਾਡੇ ਪੀਰਾਂ ਦੇ, ਸਾਡੇ ਪੈਗੰਬਰਾਂ ਦੇ, ਸਾਡੇ ਅਵਤਾਰ, ਸਾਡੇ ਗੁਰੂ, ਸਾਡੇ ਔਲੀਏ, ਸਾਡੇ ਸਿੱਧ ਪੁਰਸ਼, ਰਿਸ਼ੀ ਮੁਨੀ, ਅਜੋਕੇ ਸਮੇਂ ਦੇ ਵਿੱਚ ਸਾਇੰਸ ਕਹਿ ਲਵੋ, ਸਾਇੰਸ ਨੇ ਤਰੱਕੀ ਕੀਤੀ, ਉਹ ਆਪਦੇ ਹਿਸਾਬ ਨਾਲ ਨਾਮ ਦੇਈ ਜਾਂਦੀ ਆ। ਪਰ ਜੋ ਨਿਰਗੁਣ ਅਦ੍ਰਿਸ਼ਟ ਵਿੱਚੋਂ ਸਭ ਕੁਝ ਆ ਰਿਹਾ, ਉਸ ਦਾ ਕੋਈ ਨਾਮ ਨਹੀਂ, ਉਹਦੇ ਨਾਮ ਬੇਅੰਤ ਹੈ। ਕਿੰਨੇ ਨਾਮ, ਹੁਣ ਜਾਪ ਸਾਹਿਬ ਪੜ੍ਹ ਲਵੋ ਤੁਸੀਂ। ਜਾਪ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਅਕਾਲ ਦੇ ਨਾਮ ਹੀ ਲਿਖੇ ਆ। ਰੂਪ ਹੈ, ਅਨੂਪ ਹੈ, ਅਜੂ ਹੈ, ਅਪੂ ਹੈ, ਅਲੇਖ ਹੈ, ਅਪੇਖ ਹੈ। ਵਸਤੂ ਦੇ ਇੰਨੇ ਨਾਮ ਨਹੀਂ ਹੋ ਸਕਦੇ, ਪਰਮਾਤਮਾ ਦੇ ਬੇਅੰਤ। ਅਸਲ ਦੇ ਵਿੱਚ ਮੈਂ ਬੇਨਤੀ ਕਰਾਂ ਵੀ ਜਿੰਨੇ ਵੀ ਨਾਮ ਹੈ, ਅਸੰਖ ਨਾਵ, ਅਸੰਖ ਥਾਵ, ਇਹ ਸਾਰੇ ਉਸੇ ਵਿੱਚੋਂ ਹੀ ਆ ਰਹੇ ਆ, ਓਅੰਕਾਰ ਦੇ ਵਿੱਚੋਂ ਹੀ ਆ ਰਹੇ ਆ। ਇਹ ਵਿਆਖਿਆ ਬੜੀ ਲੰਮੀ ਹੋ ਜਾਣੀ ਆ। ਓਅੰਕਾਰ ਦੇ ਵਿੱਚੋਂ ਸਭ ਨਾਮ ਆ ਰਹੇ ਆ। ਓਅੰਕਾਰ ਜੜ ਹੈ। ਸੋ ਰੋਸ ਨਾ ਕੀਜੈ ਅੰਮ੍ਰਿਤ ਪੀਜੈ। ਰੋਸ ਦਾ ਅਰਥ ਇੱਕ ਤਾਂ ਰੁੱਸਾ, ਰੁੱਸ ਜਾਣਾ, ਦੂਸਰਾ ਗੁੱਸਾ, ਤੀਸਰਾ ਕ੍ਰੋਧ। ਹੁਣ ਤਿੰਨਾਂ ਦੇ ਵਿੱਚ ਅੰਤਰ ਹੈ, ਭੇਦ ਹੈ। ਜਿੱਥੇ ਬੋਲਣ ਵਿੱਚ ਭੇਦ ਹੈ, ਯਾਦ ਰੱਖਿਓ, ਉੱਥੇ ਅਰਥਾਂ ਵਿੱਚ ਵੀ ਭੇਦ ਹੈ। ਜਿੱਥੇ ਅਰਥਾਂ ਵਿੱਚ ਭੇਦ ਆ, ਉੱਥੇ ਦ੍ਰਿਸ਼ਟਮਾਨ, ਕਿਉਂਕਿ ਤਿੰਨ ਤਰ੍ਹਾਂ ਦੇ ਬੰਦੇ, ਤਿੰਨ ਕੈਟਾਗਰੀ ਦੇ ਬੰਦੇ ਮੈਂ ਤੁਹਾਡੇ ਸਾਹਮਣੇ ਖੜਾ ਕਰ ਦੇਵਾਂਗਾ। ਜਿਵੇਂ ਆਰੰਭਤਾ ਵਿੱਚ ਬੇਨਤੀ ਕੀਤੀ ਨਾ ਵੀ ਪਾਣੀ ਸ਼ਬਦ ਵੱਖਰਾ, ਅੱਖਰ ਵੱਖਰੇ ਆ, ਵਾਟਰ ਆ, ਆਬ ਹੈ, ਪਾਣੀ ਆ, ਜਲ ਹੈ। ਪਰ ਜੇ ਕੋਈ ਕਹੇ ਪਾਣੀ ਲਿਆਓ, ਉੱਥੇ ਵੀ ਪਾਣੀ ਆਵੇਗਾ, ਜਲ ਲਿਆਓ, ਜਲ ਆਵੇਗਾ, ਵਾਟਰ ਲਿਆਓ, ਵਾਟਰ ਆਵੇਗਾ, ਆਬ ਲਿਆਓ। ਚਾਰ ਬੰਦੇ ਆ, ਚਾਰੇ ਧਰਮਾਂ ਦੇ ਵੱਖਰੇ ਵੱਖਰੇ, ਹੋਰ ਵੀ ਨਾਮ ਹੋਣੇ ਆ, ਪਰ ਜਦੋਂ ਸਾਹਮਣੇ ਆਵੇਗਾ ਉਦੋਂ ਪਾਣੀ ਆਵੇਗਾ। ਨਾਮ ਵੱਖਰੇ ਕਰਕੇ ਬੋਲੇ ਗਏ, ਪਰ ਅਰਥ ਇੱਕ ਹੀ ਹੈ। ਫਿਰ ਪਾਣੀ ਜਿਹੜਾ ਸਾਹਮਣੇ ਦ੍ਰਿਸ਼ਟਮਾਨ ਵਸਤੂ ਹੈ, ਉਹ ਵੀ ਇੱਕ ਹੈ। ਰੋਸ, ਗੁੱਸਾ ਤੇ ਕ੍ਰੋਧ, ਸ਼ਬਦ ਵੀ ਵੱਖਰੇ ਆ, ਅੱਖਰ ਵੀ ਵੱਖਰੇ ਆ,
ਅਰਥ ਵੀ ਵੱਖਰੇ ਆ ਤੇ ਜਿਸ ਦੇ ਪ੍ਰਤੀ ਅਰਥ ਕੀਤੇ ਜਾਂਦੇ ਆ, ਜੋ ਦ੍ਰਿਸ਼ਟਮਾਨ ਵਸਤੂ ਆ ਨਾ, ਉਸ ਨੂੰ ਦੇਖ ਕੇ ਉਸ ਦੇ ਪ੍ਰਤੀ ਅਰਥ ਕੀਤੇ ਜਾਂਦੇ ਆ। ਸਾਹਮਣੇ ਖੜੋਤਾ ਹੋਇਆ ਹੁਣ ਗੁੱਸੇ ਵਾਲਾ ਬੰਦਾ ਤੇ ਰੁੱਸਣ ਵਾਲਾ ਬੰਦਾ ਤੇ ਕ੍ਰੋਧ ਵਾਲਾ ਬੰਦਾ। ਰੁੱਸਿਆ ਤੇ ਉਹਨੂੰ ਕਿਹਾ ਜਾਂਦਾ ਜਿਵੇਂ ਬੱਚੇ ਰੁੱਸ ਜਾਂਦੇ। ਰੁੱਸਿਆ ਹੋਇਆ, ਦੇਖੋ ਮੈਂ ਦਲੀਲ ਦਿੰਦਾ ਇਤਿਹਾਸ ਵਿੱਚੋਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਭਾਈ ਮਹਾਂ ਸਿੰਘ ਵੀ ਰੁੱਸ ਹੀ ਗਿਆ ਸੀ। ਭਾਈ ਮਰਦਾਨਾ ਵੀ ਰੁੱਸ ਜਾਂਦਾ ਸੀ। ਮਹਾਰਾਜ ਆਪ ਮਾਇਆ ਪਾਉਂਦੇ ਸੀ ਗੁਰੂ ਨਾਨਕ ਦੇਵ ਜੀ, ਕਿਉਂਕਿ ਵਿਧੀ ਚਾਹੀਦੀ ਸੀ, ਢੰਗ ਤਰੀਕਾ ਚਾਹੀਦਾ ਸੀ, ਜੁਗਤੀ ਚਾਹੀਦੀ ਸੀ। ਸੰਸਾਰ ਦਾ ਭਲਾ ਕਰਨ ਦੇ ਲਈ ਸਾਧੂ ਹਮੇਸ਼ਾ ਜੁਗਤੀ, ਕਿਉਂਕਿ ਜੁਗਤੀ ਤੋਂ ਬਿਨਾਂ ਇੱਕ ਗੱਲ ਯਾਦ ਰੱਖਿਓ, ਕਿਰਿਆ ਦੇ ਵਿੱਚ ਕਾਰਨ ਜ਼ਰੂਰ ਹੋਣਾ ਚਾਹੀਦਾ। ਕਿਰਿਆ ਆ ਦੇਖੋ ਹੁਣ ਜਿਵੇਂ ਬਾਰੀਆਂ ਆ, ਬੂਹੇ ਆ, ਇਹਨਾਂ ਦਾ ਕਾਰਨ ਕੌਣ ਆ? ਮਿਸਤਰੀ ਹੈ। ਮਿਸਤਰੀ ਤੋਂ ਬਿਨਾਂ ਕਿਹਨੇ ਇਹ ਲੱਕੜ ਦੇ ਵਿੱਚੋਂ ਬੂਹੇ ਬਾਰੀਆਂ ਨਿਕਲੀਆਂ, ਪਰ ਮਿਸਤਰੀ ਕਾਰਨ ਬਣ ਗਿਆ। ਠੀਕ ਹੈ ਜੀ, ਨਿਮਿਤ ਕਾਰਨ ਮਿਸਤਰੀ ਹੈ। ਸੰਸਾਰ ਦਾ ਕਾਰਨ ਜਿਹੜਾ ਈਸ਼ਵਰ ਹੈ, ਬ੍ਰਹਮ ਵਿਆਪਕ ਹੈ। ਹਾਂ, ਬ੍ਰਹਮ ਦੀ ਸਤ੍ਹਾ ਹੈ। ਜੋ ਕ੍ਰਿਤ ਹੈ, ਜੋ ਕਿਰਿਆ ਹੈ, ਜੋ ਦ੍ਰਿਸ਼ ਹੈ, ਇਹਦੇ ਪਿੱਛੇ ਕਾਰਨ ਜ਼ਰੂਰ ਹੈ। ਹੁਣ ਰੁੱਸਿਆ ਹੋਇਆ ਬੰਦਾ ਹੈ, ਇੱਕ ਬੰਦਾ ਰੁੱਸ ਗਿਆ। ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨੇ ਨੂੰ ਮਹਾਰਾਜ ਨੇ ਹੁਣ ਮਹਾਰਾਜ ਨੇ ਆਪ ਹੀ ਭੁੱਖ ਲਾਉਣੀ ਭਾਈ ਮਰਦਾਨੇ ਨੂੰ, ਯਾਦ ਰੱਖਿਓ। ਆਪ ਹੀ ਇਸ ਤਰ੍ਹਾਂ ਦੀ ਮਾਇਆ ਪਾ ਦੇਣੀ ਕਿ ਮਹਾਰਾਜ ਨੇ ਕੋਈ ਕਾਰਨ ਬਣਾ ਦੇਣਾ। ਆਪ ਹੀ ਭਾਈ ਮਰਦਾਨੇ ਨੂੰ ਕੌਡੇ ਰਾਖਸ਼ ਕੋਲੇ ਭੇਜਿਆ, ਸੱਜਣ ਠੱਗ ਕੋਲੇ ਭੇਜਿਆ, ਵਲੀ ਕੰਧਾਰੀ ਕੋਲੇ ਭੇਜਿਆ। ਉਹ ਕਾਰਨ ਸੀ, ਕਿਉਂਕਿ ਕਾਰਨ ਤੇ ਚਾਹੀਦਾ ਸੀ ਨਾ। ਫਿਰ ਉਹ ਜਦੋਂ ਜਾਂਦਾ ਭਾਈ ਮਰਦਾਨਾ, ਉਹਦੇ ਪਿੱਛੇ ਕੋਈ ਕਾਰਨ ਹੁੰਦਾ, ਫਿਰ ਮਹਾਰਾਜ ਜਾ ਕੇ ਉਹਦਾ ਉਧਾਰ ਕਰਦੇ। ਇਹ ਮਾਇਆ ਪਾਉਂਦੇ। ਹੁਣ ਭਾਈ ਮਰਦਾਨਾ ਕਿੰਨੇ ਵਾਰੀ ਰੁੱਸਿਆ। ਭਾਈ ਮਹਾਂ ਸਿੰਘ ਰੁੱਸਿਆ। ਰੁੱਸਿਆ ਹੋਇਆ ਬੰਦਾ ਮੰਨ ਜਾਂਦਾ ਹੈ। ਹਾਂ, ਕਈ ਨਹੀਂ ਮੰਨਦੇ। ਜਿਹੜਾ ਰੋਸ ਆ ਨਾ, ਰੋਸ ਆ, ਉਹ ਗੁੱਸੇ ਵਿੱਚ ਵੀ ਤਬਦੀਲ ਹੋ ਜਾਂਦਾ, ਗੁੱਸੇ ਤੋਂ ਬਾਅਦ ਕ੍ਰੋਧ ਵਿੱਚ। ਇੱਕ ਰੁੱਸਿਆ ਹੋਇਆ ਬੰਦਾ ਹੁੰਦਾ, ਇੱਕ ਗੁੱਸੇ ਹੋਇਆ ਹੁੰਦਾ। ਰੁੱਸਿਆ ਹੋਇਆ ਜਿਵੇਂ ਬੱਚੇ ਰੁੱਸਦੇ ਆ, ਬਜ਼ੁਰਗ ਰੁੱਸ ਜਾਂਦੇ ਆ। ਔਰ ਇੱਕ ਗੱਲ ਯਾਦ ਰੱਖਿਓ, ਰੋਸ ਪਤਾ ਕਿੱਥੇ ਆਉਂਦਾ? ਹੁਣ ਗਿਆਨੀ ਦੋ ਆਪਸ ਵਿੱਚ ਬਹਿੰਦੇ ਆ, ਉਹ ਵੀ ਕਿਸੇ ਗੱਲ ਤੇ ਰੁੱਸ ਜਾਂਦੇ ਆ ਵੀ ਮੈਂ ਤੇਰੇ ਨਾਲ ਰੁੱਸ ਗਿਆ ਤੇ ਮੈਨੂੰ ਤੇਰੀ ਗੱਲ ਚੰਗੀ ਨਹੀਂ ਲੱਗੀ। ਗੁੱਸਾ ਹੋਰ ਚੀਜ਼ ਆ, ਵੀ ਗੁੱਸਾ ਉਦੋਂ ਥੋੜ੍ਹਾ ਜਿਹਾ ਇਉਂ ਕਹਿ ਲਵੋ ਬਲੀ ਹੈ। ਤੇ ਕ੍ਰੋਧ ਤੇ ਲੋਭ, ਮੋਹ, ਹੰਕਾਰ, ਕਾਮ ਤੇ ਕ੍ਰੋਧ, ਪੰਜਵਾਂ ਇਹਨਾਂ ਪੰਜਾਂ ਵਕਾਰਾਂ ਦੇ ਵਿੱਚ ਆ ਗਿਆ। ਕ੍ਰੋਧ ਤੇ ਮਹਾਬਲੀ ਹੈ, ਬੜਾ ਵੱਡਾ ਵਕਾਰ ਮੰਨਿਆ ਗ੍ਰੰਥਾਂ ਨੇ। ਹੁਣ ਇੱਥੇ ਪੰਡਤਾਂ ਨੇ ਕ੍ਰੋਧ ਨਹੀਂ ਕੀਤਾ, ਗੁੱਸਾ ਨਹੀਂ ਕੀਤਾ, ਕਿਸੇ ਗੱਲ ਤੋਂ ਰੁੱਸ ਜਾਂਦੇ ਸੀ। ਪੰਡਤ ਵੀ, ਸਿੱਧ ਵੀ ਰੁੱਸਦੇ ਸੀ। ਇਤਿਹਾਸ ਪੜ੍ਹ ਕੇ ਦੇਖੋ, ਸਿੱਧ ਰੁੱਸ ਕੇ ਨਾਨਕ ਪ੍ਰਕਾਸ਼ ਪੜ੍ਹੋ, ਗੁਫਾਵਾਂ ਵਿੱਚ ਜਾ ਕੇ ਲੁਕ ਜਾਂਦੇ। ਫਿਰ ਮਹਾਰਾਜ ਲੈ ਕੇ ਆਉਂਦੇ ਵੀ ਆਓ ਭਾਈ ਬੈਠ ਕੇ। ਗੋਰਖਨਾਥ ਨੂੰ ਪਤਾ ਸੀ, ਗੋਰਖਨਾਥ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ। ਇੱਕ ਦੋ ਸਨ ਇਹਨਾਂ ਵਿੱਚੋਂ ਜਿਨ੍ਹਾਂ ਨੂੰ ਗੋਰਖਨਾਥ ਨਾਲ ਇੱਕ ਹੋਰ ਸੀ, ਪਰ ਬਾਕੀ ਜਿਹੜੇ 84 ਸਿੱਧ ਸੀ ਉਹ ਮੰਨਦੇ ਹੀ ਨਹੀਂ ਸੀ। ਗੋਰਖਨਾਥ ਤਾਂ ਚੁੱਪ ਸੀ ਵੀ ਇਹਨਾਂ ਦੀ ਇੱਕ ਵਾਰੀ ਤਸੱਲੀ ਹੋ ਹੀ ਲੈਣ ਦਿਓ। ਉਹਨੂੰ ਪਤਾ ਲੱਗ ਗਿਆ ਸੀ ਗੋਰਖਨਾਥ ਨੂੰ ਵੀ ਗੁਰੂ ਨਾਨਕ ਨੂੰ ਨਹੀਂ ਜਿੱਤਿਆ ਜਾਣਾ, ਇਹ ਅਜਿੱਤ ਹੈ। ਪਰ ਉਹ ਰੁੱਸ ਜਾਂਦੇ ਸੀ। ਗੋਰਖਨਾਥ ਵੀ ਮਨਾ ਲੈਂਦਾ ਸੀ ਵੀ ਆ ਜਾਓ ਇੱਕ ਵਾਰੀ ਗੱਲ ਤੇ ਕਰ ਲਓ। ਮੀਆਂ ਬੀਬੀ ਕਿੰਨਾ ਆਪਸ ਵਿੱਚ ਰੁੱਸ ਜਾਂਦੇ ਆ, ਇਹ ਆ ਰੁੱਸਣਾ। ਹੁਣ ਰੋਸ ਨਾ ਕੀਜੈ, ਮਹਾਰਾਜ ਕਹਿਣ ਲੱਗੇ ਪੰਡਤ ਜੀ ਗੱਲ ਸੁਣੋ, ਕਿਸੇ ਤਰ੍ਹਾਂ ਦਾ ਰੋਸ ਨਾ ਕਰੋ, ਰੁੱਸੋ ਨਾ।
ਦਲੀਲ ਦੇ ਨਾਲ, ਵਿਵੇਕ ਬੁੱਧੀ ਤਰਕ ਦੇ ਨਾਲ, ਤਰਕ ਹੋਵੇ ਵਿਵੇਕ ਦੇ ਸਹਿਤ, ਗਿਆਨ ਦੇ ਸਹਿਤ। ਐਵੇਂ ਨਹੀਂ, ਤਰਕ ਹੋਣੀ ਚਾਹੀਦੀ ਆ। ਭਾਈ ਨੰਦ ਲਾਲ ਨੇ ਵੀ ਕੀਤੀ ਤਰਕ। ਮਹਾਰਾਜ ਕਹਿਣ ਲੱਗੇ ਰੁੱਸੋ ਨਾ, ਰੋਸ ਨਾ ਕੀਜੈ, ਅੰਮ੍ਰਿਤ ਪੀਜੈ, ਜਨਮ ਮਰਨ ਤੋਂ ਰਹਿਤ ਕਰਨ ਵਾਲਾ। ਨਾਮ ਰੂਪੀ ਅੰਮ੍ਰਿਤ ਇੱਕ ਤੇ ਉਹ ਪੀਵੋ, ਅੰਮ੍ਰਿਤ ਪੀਜੈ। ਹੁਣ ਜਿਹੜੇ ਗੁਰੂ ਨਾਨਕ ਦੇ ਮਹਾਰਾਜ ਬਚਨ ਕਰਦੇ ਸਨ, ਮਹਾਰਾਜ ਦੇ ਮੁਖਾਰ ਬਿੰਦ ਤੋਂ ਜੋ ਬਚਨ ਨਿਕਲਦਾ ਸੀ ਉਹ ਅੰਮ੍ਰਿਤ ਦੀ ਨਿਆਈ ਆ। ਬਾਣੀ ਜਿਹੜੀ ਆ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ, ਇਹ ਸਾਰੀ ਬਾਣੀ ਅੰਮ੍ਰਿਤ ਦੀ ਨਿਆਈ ਆ, ਜਨਮ ਮਰਨ ਤੋਂ ਰਹਿਤ ਕਰਦੀ ਆ। ਇਹ ਤੇ ਪੰਡਤਾਂ ਦੇ ਪਰਥਾਏ ਸੀ ਜਾਂ ਸਾਡੇ ਪਰਥਾਏ ਵੀ ਆ। ਰੋਸ ਨਾ ਕੀਜੈ, ਸਾਨੂੰ ਵੀ ਮਹਾਤਮਾ ਲੋਕ, ਸਾਧੂ ਲੋਕ, ਗੁਰਮੁਖ ਪਿਆਰੇ, ਗੁਰਸਿੱਖ, ਕਥਾਵਾਚਕ ਜਿਹੜੇ ਸਾਧੂ ਉਹ ਕਿੰਨਾ ਕਹਿੰਦੇ ਆ ਕਿ ਭਾਈ ਰੋਸ ਨਾ ਕੀਜੈ। ਜੇ ਤੈਨੂੰ ਕਹਿੰਦੇ ਅੰਮ੍ਰਿਤ ਛਕ ਲਾ, ਕੀ ਅੱਗੋਂ ਰੁੱਸ ਜਾਂਦੇ ਆ, ਮੈਂ ਨਹੀਂ ਛਕਣਾ। ਅੰਮ੍ਰਿਤ ਪੀਜੈ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬੰਸ ਵਾਰ ਕੇ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਆ। ਬਜ਼ੁਰਗ ਨੂੰ ਕਹੀਏ ਅੰਮ੍ਰਿਤ ਛਕ ਲਾ, ਉਹ ਕਹਿੰਦਾ ਅਗਾਹਾਂ ਹੀ ਜਾ ਕੇ ਛਕਾਂਗੇ। ਜਵਾਨ ਨੂੰ ਕਹੀਏ ਛਕ ਲਾ, ਉਹ ਕਹਿੰਦਾ ਲੈ ਖਾਣ ਪੀਣ ਦੀ ਉਮਰ ਹੈ। ਬੱਚੇ ਨੂੰ ਕਹੀਏ ਕਹਿੰਦੇ ਲੈ ਜੀ ਕਿਹੜੇ ਚੱਕਰਾਂ 'ਚ ਪਾਉਣ ਲੱਗੇ ਹੋ, ਨਿਆਣਾ ਹਜੇ। ਲੈ ਦੱਸੋ। ਹੁਣ ਇਸ ਪੰਗਤੀ ਦੇ ਅਰਥ ਪ੍ਰਤੱਖ ਵੀ ਹੋ ਗਏ। ਰੋਸ ਨਾ ਕੀਜੈ, ਅੰਮ੍ਰਿਤ ਪੀਜੈ। ਭਾਈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ 5 ਪਿਆਰਿਆਂ ਦੇ ਸਿਰ ਲੈ ਕੇ ਜਿਹੜਾ ਅੰਮ੍ਰਿਤ ਜਨਮ ਮਰਨ ਤੋਂ ਤਿਆਰ, ਜਨਮ ਮਰਨ ਤੋਂ ਰਹਿਤ ਕਰਨ ਵਾਲਾ ਖੰਡੇ ਬਾਟੇ ਦਾ ਅੰਮ੍ਰਿਤ ਨਾ, ਉਹ ਪੀ ਲਾ। ਜਦੋਂ ਉਹ ਪੀ ਲਵੇਂਗਾ ਫਿਰ ਅੰਮ੍ਰਿਤ ਪੀਜੈ, ਦਾਖਲਾ ਹੋ ਗਿਆ। ਫਿਰ ਪੜ੍ਹਾਈ ਕਰ, ਨਾਮ ਜਪ, ਬੰਦਗੀ ਕਰ, ਬਾਣੀ ਪੜ੍ਹ, ਰਹਿਤ ਵਿੱਚ ਪੱਕਾ ਰਹਿ, ਵਿਵੇਕ ਦਾ ਪਿਆਰਾ ਹੋਵੇ, ਗਿਆਨ ਹੋਵੇ, ਸਤ ਸੰਤੋਖ ਦਇਆ ਧਰਮ ਸ਼ੁਭ ਗੁਣਾਂ ਦਾ ਧਾਰਨੀ ਹੋ ਕੇ ਨਾਮ ਦਾ ਅਭਿਆਸ ਕਰਕੇ ਜਿਹੜਾ ਤੇਰੇ ਅੰਦਰ ਅੰਮ੍ਰਿਤ ਨਾ, ਜਨਮ ਮਰਨ ਤੋਂ ਰਹਿਤ ਕਰਨ ਵਾਲਾ ਸ਼ੁੱਧ ਸਰੂਪ ਆ ਤੇਰਾ, ਨਿੱਜ ਸਰੂਪ, ਉਹਦੀ ਪ੍ਰਾਪਤੀ ਕਰ ਲਾ। ਪੰਡਤ ਕਹਿਣ ਲੱਗੇ ਮਹਾਰਾਜ ਕਿਉਂ ਅੰਮ੍ਰਿਤ ਕਿਉਂ ਪੀਜੈ? ਸਵਾਲ ਜਵਾਬ ਸੀ। ਮਹਾਰਾਜ ਕਹਿਣ ਲੱਗੇ ਰਹਿਣਾ ਨਹੀਂ ਸੰਸਾਰ। ਪੰਡਤ ਜੀ ਸੰਸਾਰ ਦੇ ਵਿੱਚ ਕਿਸੇ ਨੇ ਰਹਿਣਾ ਨਹੀਂ। ਇਸ ਕਰਕੇ ਕਹਿੰਦੇ ਆ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੋ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣ ਜਾਓ। ਫਿਰ ਪੰਡਤਾਂ ਨੇ ਬੇਨਤੀ ਕੀਤੀ, ਚਲੋ ਅੱਜ ਆਪਾਂ ਵੀ ਹੁਣ ਬੇਨਤੀ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਕੇ ਦੱਸੋ ਵੀ ਸੰਸਾਰ ਦੇ ਉੱਪਰ ਕੋਈ ਵੀ ਨਹੀਂ ਰਹਿੰਦਾ। ਗੁਰੂ ਨਾਨਕ ਅੱਜ ਵੀ ਕਿਰਪਾ ਕਰ ਰਹੇ ਨੇ। ਮਹਾਰਾਜ ਕਹਿਣ ਲੱਗੇ ਹਾਂ ਮਹਾਰਾਜ ਕਿੱਦਾਂ? ਰਾਜੇ ਰਾਏ ਰੰਕ ਨਹੀਂ ਰਹਿਣਾ, ਆਏ ਜਾਏ ਜੁਗ ਚਾਰੇ। ਰਾਜੇ, ਇੱਕ ਰਾਜੇ ਆ ਤੇ ਇੱਕ ਰਾਏ ਆ। ਬੋਲਣ ਦੇ ਵਿੱਚ ਅੱਖਰ ਸ਼ਬਦ ਵੱਖਰੇ ਆ, ਪਰ ਜਥਾ ਪ੍ਰਕਰਮੰ ਤਥਾ ਅਰਥੰ, ਇਹਦੇ ਹੁਣ ਜਿਹੜੇ ਅਰਥ ਹਨ ਉਹ ਵੀ ਵੱਖਰੇ ਹੋਣਗੇ। ਕਿਉਂਕਿ ਰਾਜੇ ਦਾ ਅਰਥ ਵੀ ਉਹੀ ਹੁੰਦਾ ਤੇ ਰਾਏ ਦਾ ਅਰਥ ਵੀ ਉਹੀ ਹੁੰਦਾ। ਰਾਜੇ ਨੂੰ ਰਾਏ ਕਿਹਾ ਜਾਂਦਾ, ਰਾਏ ਨੂੰ ਰਾਜੇ ਕਿਹਾ ਜਾਂਦਾ, ਪਰ ਪ੍ਰਕਰਮ ਦੇ ਹਿਸਾਬ ਨਾਲ। ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ
ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਾਵਧਾਨ ਦਾ ਅਰਥ ਵੀ ਉਹ ਆ ਤੇ ਇਕਾਗਰ ਦਾ ਅਰਥ ਵੀ ਉਹ ਆ, ਪਰ ਹੁਣ ਦੇਖਣਾ ਪੈਣਾ ਵੀ ਸਾਵਧਾਨ ਤਨ ਨੂੰ ਸਾਵਧਾਨ ਕਰਕੇ ਚੌਂਕੜਾ ਮਾਰ ਕੇ ਕਰਮ ਇੰਦਰੇ ਗਿਆਨ ਇੰਦਰੇ ਰੋਕਣ ਦੀ ਕੋਸ਼ਿਸ਼ ਕਰਨੀ, ਤੇ ਚੀਤ ਚਿੱਤ ਨੂੰ ਰੋਕਣਾ, ਮਨ ਨੂੰ ਰੋਕਣਾ। ਮਨ ਦੇ ਫੁਰਨੇ ਆ ਨਾ, ਕਬਹੂ ਜੀੜਾ ਊਬ ਚੜ੍ਹਤ ਹੈ ਕਬਹੂ ਜਾਈ ਪਿਆਲੇ। ਇਉਂ ਰਾਜੇ, ਰਾਜੇ ਤੋਂ ਅਰਥ ਜਿਹੜੇ ਕਿਸੇ ਪਦ ਨੂੰ ਹਾਸਲ ਹੋਏ ਆ, ਜਿਵੇਂ ਕਹਿ ਲਓ ਅੱਜ ਦੇ CM MLA ਆਦਿਕ, ਇਹ ਰਾਜੇ ਆ। ਤੇ ਰਾਇਲ ਹੋ ਗਏ ਅਮੀਰ ਧਨਾੜਵਾਨ ਪੁਰਸ਼। ਰਾਜੇ ਰਾਏ ਰੰਕ, ਰੰਕ ਕਹਿੰਦੇ ਆ ਗਰੀਬ ਨੂੰ। ਜਿੱਦਾਂ ਮਹਾਰਾਜ ਦੇ ਬਚਨ ਆ ਨਾ, ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ। ਭਾਈ ਆਪੋ ਆਪਣੀ ਵਾਰੀ ਮੁਤਾਬਕ। ਅਸਲ ਦੇ ਵਿੱਚ ਵਾਰੀ ਵੀ ਕੀ ਕਹੀਏ, ਵਾਰੀ ਕਿਸ ਤਰ੍ਹਾਂ, ਕਿਉਂਕਿ ਸਮਝਾਉਣ ਦੇ ਲਈ ਤੇ ਵਾਰੀ ਕਹਿਣਾ ਪੈਣਾ। ਜੇ ਬੰਦੇ ਨੂੰ ਸਮਝਾਵਾਂਗੇ ਨਾ, ਉਹਨੂੰ ਕਹਿਣਾ ਪੈਣਾ ਵੀ ਦੇਖ ਤੇਰੇ ਤੋਂ ਪਹਿਲਾਂ ਕੌਣ ਗਿਆ। ਜਦੋਂ ਕਿ ਬਜ਼ੁਰਗ ਜਾਂਦਾ, ਉਦੋਂ ਕਿਹਾ ਜਾਂਦਾ ਵੀ ਆਹ ਦੇਖ ਲੈ ਬਜ਼ੁਰਗ ਚਲਾ ਗਿਆ। ਅੱਛਾ, ਜੇ ਬਜ਼ੁਰਗ ਗਿਆ ਤੇ ਤੂੰ ਵੀ ਜਾਣਾ। ਦਿਨ ਤੇ ਪਹਿਰ ਪਹਿਰ ਤੇ ਘਰੀਆਂ, ਆਵ ਘਟੈ ਤਨ ਚੀਜੈ। ਪਰ ਜੇ ਵਾਰੀ ਦੀ ਗੱਲ ਕਰੀਏ, ਹੁਣ ਬਜ਼ੁਰਗ ਗਿਆ ਫਿਰ ਜਵਾਨ ਨੂੰ ਕਹਿਣਾ ਪੈਂਦਾ, ਜਵਾਨ ਗਿਆ ਬੱਚੇ ਨੂੰ ਕਹਿਣਾ ਪੈਂਦਾ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਛੋਟੀ ਉਮਰ ਦੇ ਵਿੱਚ ਇਹ ਗੱਲ ਸਮਝ ਗਏ ਸਨ ਨਾ। ਅੱਗ ਬਲ ਰਹੀ ਸੀ, ਮੋਟੀ ਲੱਕੜ ਨੂੰ ਅੱਗ ਪਈ ਨਹੀਂ, ਛੋਟੀਆਂ ਕੁਰੰਬਲਾਂ ਨੂੰ ਪਹਿਲਾਂ ਹੀ ਪੈ ਗਈ। ਸਮਝ ਗਏ ਵੀ ਮੌਤ ਰੂਪੀ ਜਿਹੜੀ ਅੱਗ ਹੈ, ਇਹਨਾਂ ਨੇ ਦੇਖਣਾ ਵੀ ਇਹ ਵੱਡਾ ਇਹ ਛੋਟਾ, ਉਹਨੇ ਤੇ ਲੈ ਜਾਣਾ। ਇਹੀ ਕਾਰਨ ਹੈ, ਮੌਤ ਨੇ ਨਹੀਂ ਦੇਖਣਾ ਵੀ ਇਹ ਛੋਟਾ। ਇੱਕ ਮੈਂ ਸ਼ਬਦ ਤੁਹਾਡੇ ਨਾਲ ਸਾਂਝਾ ਕਰਾਂ। ਮਹਾਰਾਜ ਦੇ ਬਚਨ ਨਾਲ, ਰਾਜਾ ਪਰਜਾ ਸਮਕਰ ਮਾਰੈ, ਐਸੋ ਕਾਲ ਬਡਾਨੀ ਰੇ। ਰਾਜਾ ਕੀ ਤੇ ਪਰਜਾ ਕੀ। ਦੇਖੋ 9ਵੇਂ ਪਾਤਸ਼ਾਹ ਦਾ ਸਲੋਕ ਹੈ ਨਾ, ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ, ਕਹੋ ਨਾਨਕ ਤਿਰ ਕਿਛ ਨਹੀਂ, ਸੁਪਨੇ ਜਿਉ ਸੰਸਾਰ। ਸੁਪਨੇ ਵਰਗਾ ਸੰਸਾਰ ਹੈ ਭਾਈ। ਰਾਮ ਰਾਵਣ ਨੂੰ ਮਾਰਨ ਵਾਲਾ, ਕਿਉਂਕਿ ਰਾਵਣ ਤੇ ਹੰਕਾਰੀ ਸੀ। ਰਾਵਣ ਵੀ ਗਿਆ ਤੇ ਮਾਰਨ ਵਾਲਾ ਭਗਵਾਨ ਸੀ, ਤ੍ਰੇਤੇ ਦਾ ਅਵਤਾਰ ਰਾਮ ਵੀ ਗਿਆ। ਗਈ ਵਾਰੀ ਆਪੋ ਆਪਣੀ। ਆਪਾਂ ਨੂੰ ਲੱਗਦਾ ਵਾਰੀ, ਪਰ ਅਸਲ ਵਿੱਚ ਕੀ ਆ ਵਾਰੀ। ਵਾਰੀ ਕੀ ਆ? ਹਾਂ, ਦੇਖਣ ਨੂੰ ਆਪਾਂ ਨੂੰ ਲੱਗੇਗਾ ਬਜ਼ੁਰਗ ਗਿਆ ਫਿਰ ਮੈਂ ਬਜ਼ੁਰਗ ਹੋਣਾ, ਮੈਂ ਵੀ ਚਲੇ ਜਾਣਾ, ਫਿਰ ਬੱਚੇ ਨੇ। ਪਰ ਜਿਹੜਾ ਬਜ਼ੁਰਗ ਗਿਆ ਇਹ ਤੇ ਆਵਾਗਮਨ ਦਾ ਚੱਕਰ ਹੈ। ਦੇਖੋ ਜਿਹੜਾ ਬਜ਼ੁਰਗ ਗਿਆ ਉਹਨੇ ਅੱਗੇ ਜਾ ਕੇ ਗਰਭ ਧਾਰਨ ਕਰ ਲੈਣਾ, ਕਿਉਂਕਿ ਆਵਾਗਮਨ ਦਾ ਚੱਕਰ ਆ ਨਾ। ਕਿਸੇ ਵੀ ਗਰਭ ਦੇ ਵਿੱਚ ਜਾ ਕੇ ਉਹਨੇ ਫਿਰ ਬੱਚਾ ਬਣ ਜਾਣਾ। ਉਹ ਕਰਮਾਂ ਦੇ ਮੁਤਾਬਕ ਹੈ। ਕੋਈ ਜੀਵ ਬਣੇਗਾ, ਕੋਈ ਜੰਤੂ ਬਣੇਗਾ, ਕੋਈ ਮਨੁੱਖਾ ਜਨਮ, ਇਹ ਤੇ ਕਰਮਾਂ ਨਾਲ ਮਿਲਣਾ। ਬੁੱਢਾ ਹੋਇਆ, ਉਹਨੇ ਗਰਭ ਧਾਰਨ ਕਰ ਲਿਆ, ਉਹ ਬੱਚਾ ਬਣ ਗਿਆ। ਜਿਹੜਾ ਹੁਣ ਜਵਾਨ ਸੀ ਉਹ ਬੁੱਢਾ ਹੋ ਗਿਆ। ਹੁਣ ਕਿਹੜੀ ਵਾਰੀ ਦੀ ਗੱਲ ਕਰੀਏ? ਆਵਾਗਮਨ ਦਾ ਚੱਕਰ ਹੈ। ਵਾਰੀ ਆਪੋ ਆਪਣੀ। ਉੱਦਾਂ ਅਰਥ ਇਹੀ ਹੋਣੇ ਆ ਵੀ ਦੇਖ ਭਾਈ ਬਜ਼ੁਰਗ ਗਿਆ ਤਾਂ ਤੂੰ ਵੀ ਜਾਣਾ ਹੈ। ਪਰ ਉਹ ਬਜ਼ੁਰਗ ਗਿਆ ਤੇ ਫਿਰ ਜਾ ਕੇ ਉਹਨੇ ਫਿਰ ਗਰਭ ਧਾਰਨ ਕਰ ਗਿਆ, ਫਿਰ ਬੱਚਾ ਹੋ ਗਿਆ। ਪਹਿਲਾਂ ਜਵਾਨ ਸੀ, ਬਜ਼ੁਰਗ ਹੋਇਆ, ਬਜ਼ੁਰਗ ਤੋਂ ਬਾਅਦ ਫਿਰ ਬੱਚਾ ਬਣ ਕੇ ਆ ਗਿਆ। ਫਿਰ ਜਿਹੜਾ ਜਵਾਨ ਸੀ ਉਹ ਹੁਣ ਬਜ਼ੁਰਗ ਹੋ ਗਿਆ।
ਇਉਂ ਰਹਿਣ ਨਹੀਂ ਸੰਸਾਰੇ। ਮਹਾਰਾਜ ਕਹਿੰਦੇ ਸੰਸਾਰ ਤੇ ਨਹੀਂ ਰਹਿਣਾ। ਕਿਉਂ ਜੀ? ਕਹਿੰਦੇ ਰਾਜੇ ਰਾਏ ਰੰਕ ਨਹੀਂ ਰਹਿਣਾ, ਆਏ ਜਾਏ ਜੁਗ ਚਾਰੇ। ਜੁਗ ਸਤਜੁਗ, ਤ੍ਰੇਤਾ, ਦੁਆਪਰ, ਕਲਯੁਗ, 4 ਯੁੱਗਾਂ ਤੋਂ ਆਵਾਗਮਨ ਦੇ ਚੱਕਰ ਵਿੱਚ ਅਸੀਂ ਤੁਰੇ ਆਉਣੇ ਆ, ਤੁਰੇ ਜਾਂਦੇ ਆ। ਰਹਿਣ ਕਹਿਣ ਤੇ ਰਹਿ ਨ ਕੋਈ, ਕਿਸ ਪਹਿ ਕਰੋ ਬਿਨੰਤੀ। ਏਕ ਸ਼ਬਦ ਰਾਮ ਨਾਮ ਨਰੋਦਰ, ਗੁਰ ਦੇਵੈ ਪਤ ਮਤੀ। ਫਿਰ ਪੰਡਤਾਂ ਨੇ ਬੇਨਤੀ ਕੀਤੀ, ਆਪਾਂ ਵੀ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰਕੇ ਦੱਸੋ ਵੀ ਰਹਿਣ ਕਹਿਣ ਵੀ ਕਿਸੇ ਤਰੀਕੇ ਦੇ ਨਾਲ ਕੋਈ ਬੰਦਾ ਇੱਥੇ ਰਹਿ ਸਕਦਾ? ਮਹਾਰਾਜ ਕਹਿੰਦੇ ਨਾ, ਰਹਿਣ ਕਹਿਣ ਤੇ ਰਹਿ ਨਾ ਕੋਈ। ਸਿਕੰਦਰ ਨਹੀਂ ਰਿਹਾ, ਦੁਰਯੋਧਨ ਨਹੀਂ ਰਿਹਾ, ਰਾਵਣ ਨਹੀਂ ਰਿਹਾ, ਕੋਈ ਨਹੀਂ ਰਿਹਾ। ਕਿੱਡੇ ਕਿੱਡੇ ਚਲੋ ਹਰਨਾਕਸ਼ ਰਿਹਾ, 8 ਵਾਰ ਮੰਗੇ ਸੀ। ਨਾ ਅੰਦਰ ਮਰਾ, ਨਾ ਬਾਹਰ ਮਰਾ, ਨਾ ਧੁੱਪੇ ਮਰਾ, ਨਾ ਛਾਵੇਂ ਮਰਾ, ਨਾ ਧਰਤੀ ਮਰਾ, ਨਾ ਅਸਮਾਨ ਮਰਾ, ਨਾ ਕਿਸੇ ਜਾਨਵਰ ਤੋਂ ਮਰਾ, ਨਾ ਦਿਨੇ ਮਰਾ, ਨਾ ਰਾਤ ਮਰਾ, ਨਾ ਕਿਸੇ ਸ਼ਸਤਰ ਨਾਲ ਮਰਾ। 8-10 ਵਾਰ। ਪਰ ਨਿਰੰਕਾਰ ਨੇ ਨਰਸਿੰਘ ਦਾ ਰੂਪ ਧਾਰਨ ਕਰਕੇ ਉਹਨੂੰ ਵੀ ਮਾਰਤਾ। ਕਿਸ ਪਹਿ ਕਰੋ ਬੇਨੰਤੀ, ਕਿਹਨੂੰ ਹੁਣ ਬੇਨਤੀ ਕਰੀਏ? ਕਿਉਂਕਿ ਗੁਰੂ ਨਾਨਕ ਦੇ ਬਚਨ ਜਪਜੀ ਸਾਹਿਬ ਦੇ ਵਿੱਚ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। 4 ਯੁੱਗਾਂ ਦੀ ਉਮਰ ਵੀ ਸਿੱਧ ਲੋਕ ਕਰ ਲੈਂਦੇ ਆ। ਸੰਤੋਖਾ ਸਿੱਧ ਨਿਕਲਿਆ ਸੀਗਾ ਸੰਤੋਖਸਰ ਸਰੋਵਰ ਦੇ ਵਿੱਚੋਂ, ਮੱਟ ਵਿੱਚ ਬੈਠਾ ਸੀ। ਕਿੰਨਾ ਸਮਾਂ ਹੋ ਗਿਆ ਸੀ, 4 ਉਂਗਲਾਂ ਕੀਤੀਆਂ, 4 ਯੁੱਗ ਹੋ ਗਏ। ਮਹਾਰਾਜ ਨੂੰ ਕਹਿਣ ਲੱਗਾ 5ਵੇਂ ਪਾਤਸ਼ਾਹ ਨੂੰ, ਜਦੋਂ ਮਹਾਰਾਜ ਨੇ ਸ਼ਬਦ ਉਚਾਰਿਆ, ਵੇਦ ਪੜ੍ਹਿਓ ਔਰ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ। ਰਹਿਣ ਕਹਿਣ ਤੇ ਰਹਿ ਨਾ ਕੋਈ, ਕਿਸ ਪੈ ਕਰੋ ਬਿਨੰਤੀ। ਏਕ ਸ਼ਬਦ ਰਾਮ ਨਾਮ ਨਰੋਦਰ। ਫਿਰ ਪੰਡਤਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਕੋਈ ਤਾਂ ਰਹਿਣ ਵਾਲਾ ਹੋਵੇਗਾ। ਮਹਾਰਾਜ ਕਹਿੰਦੇ ਹਾਂ। ਮਹਾਰਾਜ ਉਹ ਕੌਣ ਹੈ? ਕਹਿੰਦੇ ਇੱਕ ਸ਼ਬਦ ਦੀ ਰੱਦ ਨਾ ਕਰੋ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਇੱਕ ਸ਼ਬਦ ਦਾ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਮਹਾਰਾਜ ਅਸੀਂ ਰਹਿਣਾ ਚਾਹੁੰਦੇ ਹਾਂ। ਮਹਾਰਾਜ ਕਹਿੰਦੇ ਹਾਂ ਰਹਿ ਸਕਦੇ ਹੋ। ਇਹ ਨਹੀਂ ਗੱਲ ਕਿ ਸੰਸਾਰ ਦੇ ਉੱਪਰ ਤੁਸੀਂ ਰਹਿ ਨਹੀਂ ਸਕਦੇ। ਮਹਾਰਾਜ ਕਿੱਦਾਂ? ਲੰਮੀਆਂ ਉਮਰਾਂ ਕਰਕੇ ਨਹੀਂ ਰਹਿ ਸਕਦੇ, ਲੰਮੀ ਆਜੂ ਕਰਕੇ ਨਹੀਂ ਰਹਿ ਸਕਦੇ। ਉਹ ਤੇ ਇੱਕ ਦਿਨ ਜਾਣਾ ਹੀ ਆ। ਕਿੰਨੀ ਕੁ ਲੰਮੀ? ਕਿਉਂਕਿ ਜਿਹੜੇ ਸਿੱਧ ਲੋਕ ਸੀਗੇ, ਉਹ ਜਦੋਂ ਮੌਤ ਆਉਂਦੀ ਸੀ ਦੇਹ ਪਲਟ ਲੈਂਦੇ ਸੀ। ਇਹ ਸੱਚ ਹੈ। ਸਿੱਧ ਲੋਕ, ਰਿਸ਼ੀ ਲੋਕ। ਪਰ ਮਹਾਰਾਜ ਕਹਿਣ ਲੱਗੇ ਵੀ ਉਹ ਤੇ ਜਾਣਾ, ਉਮਰ ਕਰਕੇ ਵਧਾਈ ਚੱਲ, ਉਮਰ ਇੱਕ ਦਿਨ ਜਾਣਾ ਹੀ ਆ। ਕਿੰਨੀ ਕੁ ਵਧਾਈ ਜਾਵੇਂਗਾ? ਸਰੀਰ ਤੇ ਛੱਡਣਾ ਹੀ ਛੱਡਣਾ, ਅੱਗੇ ਜਾ ਕੇ ਫਿਰ ਗਰਭ ਧਾਰਨ ਕਰ ਲੈਣਾ। ਏਕ ਸ਼ਬਦ ਰਾਮ ਨਾਮ ਨਰੋਦਰ। ਰਾਮ ਵਿਆਪਕ ਜਿਹੜਾ ਉਹਦਾ ਨਾਮ ਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਨਰੋਦਰ, ਵਿਕਾਰਾਂ ਤੋਂ ਬਚਾਉਣ ਵਾਲਾ। ਨਰੋਦਰ ਦਾ ਅਰਥ ਹੈ ਵਿਕਾਰ, ਵਿਕਾਰਾਂ ਤੋਂ ਬਚਾਉਣ ਵਾਲਾ ਹੈ। ਗੁਰ ਦੇਵੈ ਪਤ ਮਤੀ। ਗੁਰੂ ਉਹ ਫਿਰ ਆਪਣੀ ਮੱਤ ਮੁਤਾਬਕ, ਕਿਉਂਕਿ ਗੁਰੂ ਦੀ ਮੱਤ ਚਾਹੀਦੀ, ਮੇਰੀ ਨਹੀਂ। ਮੇਰੀ ਆ ਗਈ ਤੇ ਫਿਰ ਗੜਬੜ ਹੈ। ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨ ਚੱਲੇ ਨਾਲ। ਮੇਰੀ ਨਹੀਂ, ਗੁਰੂ ਦੀ ਮੱਤ। ਗੁਰ ਦੇਵੈ ਪਤ ਮਤੀ। ਫਿਰ ਮਹਾਰਾਜ ਕਹਿਣ ਲੱਗੇ ਹਾਂ ਭਾਈ ਤੁਸੀਂ ਰਹਿ ਲਵੋਗੇ। ਲਾਜ ਮਰੰਤੀ ਮਰ ਗਈ, ਘੂਗਟ ਖੋਲ ਚੱਲੀ। ਸਾਸ ਦਵਾਨੀ ਬਾਵਰੀ, ਸਿਰ ਤੇ ਸੰਕਟ ਟਲੀ। ਪੰਡਤਾਂ ਨੇ ਫਿਰ ਬੇਨਤੀ ਕੀਤੀ। ਦੇਖੋ ਆਪਾਂ ਵੀ ਬੇਨਤੀ ਕਰ ਸਕਦੇ ਹਾਂ, ਮਹਾਰਾਜ ਜੀ
ਤੁਸੀਂ ਇਹ ਗੱਲ ਕਹੀ ਆ ਵੀ ਬ੍ਰਹਮ ਗਿਆਨੀ ਸਾਧੂ ਮਹਾਪੁਰਸ਼ ਤਤ ਬਿੱਤੇ ਉਹ ਸੰਸਾਰ ਤੇ ਸਦਾ ਲਈ ਰਹਿੰਦੇ ਆ। ਮਹਾਰਾਜ ਕਹਿੰਦੇ ਹਾਂ। ਹੁਣ ਕਈ ਲੋਕ ਅੱਜ ਕਹਿੰਦੇ ਆ ਵੀ ਮਹਾਪੁਰਸ਼ ਬਾਬਾ ਗੁਰਬਚਨ ਸਿੰਘ, ਮਹਾਪੁਰਸ਼ ਬਾਬਾ ਅਤਰ ਸਿੰਘ, ਮਹਾਪੁਰਸ਼ ਬਾਬਾ ਆਨੰਦ ਸਿੰਘ, ਮਹਾਪੁਰਸ਼ ਬਾਬਾ ਈਸ਼ਰ ਸਿੰਘ ਰਾੜੇ ਵਾਲੇ, ਜਿੰਨੇ ਸਾਧੂ ਮਹਾਪੁਰਸ਼ ਬਾਬਾ ਕਰਮ ਸਿੰਘ, ਜਿੰਨੇ ਵੀ ਸਾਧੂ ਪੂਰਨ ਹੈ, ਅਖੇ ਜੀ ਉਹਨਾਂ ਦੀ ਬਰਸੀ ਕਿਉਂ ਮਨਾਉਂਦੇ ਆ? ਹੈ ਪਾਗਲ ਨਾ ਹੋਣ ਤਾਂ। ਮੈਂ ਕਈ ਵਾਰ ਬੇਨਤੀ ਕੀਤੀ ਆ, ਮੌਤ ਦੋ ਤਰ੍ਹਾਂ ਦੀ, ਇੱਕ ਤੇ ਜਦੋਂ ਬੰਦਾ ਜਾਂਦਾ ਹੈ ਲੋਕ ਲਾਹਨਤਾਂ ਪਾਉਂਦੇ ਵੀ ਸ਼ੁਕਰ ਹੈ ਗਿਆ, ਇੱਕ ਉਹ ਹੈ ਬਈ ਸਮੇਂ ਬਦਲਦੇ ਆ, ਯੁੱਗ ਬਦਲਦੇ ਆ, ਪਰ ਉਹ ਕਰਮ ਹੀ ਇੱਦਾਂ ਦੇ ਕਰ ਜਾਂਦਾ ਬੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਹੈ, ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਫਿਰ ਉਹਨੂੰ ਚੇਤੇ ਕੀਤਾ ਜਾਂਦਾ ਉਹਦੇ ਕਰਮਾਂ ਕਰਕੇ, ਉਹਦੀ ਬਰਸੀ। ਉਹਨੂੰ ਬਰਸੀ ਆਮ ਥੋੜ੍ਹੀ ਵੀ ਜਣਖਣੇ ਦੀ ਬਰਸੀ। ਸਾਧੂ ਦੇ ਕਰਤੱਵ ਜਿਹੜੇ ਆ, ਸਾਧੂ ਦੇ ਕਰਮ ਜਿਹੜੇ ਆ, ਸਾਧੂ ਜਿਹੜਾ ਆਚਾਰ ਜਿਹੜੇ ਸਾਧੂ ਦੇ ਸ਼ੁਭ ਕਰਮ, ਉਹ ਇੰਨੇ ਉੱਚੇ ਹੁੰਦੇ ਆ, ਇੰਨੇ ਉੱਚੇ ਹੁੰਦੇ, ਕਿਉਂਕਿ ਨਾਮ ਰਹਿਓ ਸਾਧੂ ਰਹਿਓ। ਨਾਮ ਨੇ ਰਹਿਣਾ ਤਾਂ ਸਾਧੂ ਨੇ ਕਿਉਂ ਰਹਿਣਾ? ਕਿਉਂਕਿ ਉਹਨੇ ਨਾਮ ਹੀ ਇੰਨਾ ਜਪਿਆ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸਾਧੂ ਉਹਦਾ ਰੂਪ ਹੀ ਹੋ ਗਿਆ, ਬਸ ਇਸ ਕਰਕੇ ਰਹਿ ਗਿਆ ਉਹ। ਹਾਂ, ਸਰੀਰ ਦੀ ਉਪਾਧੀ ਮਿਟ ਗਈ, ਨਾਮ ਤੇ ਰਹਿਣਾ ਹੀ ਰਹਿਣਾ। ਲੋਕਾਂ ਨੇ ਉਹਨੂੰ ਯਾਦ ਕਰਨਾ ਹੀ। ਭਗਤ ਕਬੀਰ ਜੀ, ਭਗਤ ਫਰੀਦ ਜੀ, ਭਗਤ ਰਵਿਦਾਸ ਜੀ, ਇਹਨਾਂ ਨੂੰ ਕੋਈ ਖਤਮ ਕਰੂ? ਸਮੇਂ ਬਦਲ ਜਾਣਗੇ, ਯੁੱਗ ਬਦਲ ਜਾਣਗੇ, ਇਹ ਨਹੀਂ ਖਤਮ ਹੋਣੇ। ਉਹਨਾਂ ਸਮਿਆਂ ਦੇ ਰਾਜੇ ਜੇ ਆਪਾਂ ਬਾਹਲੀ ਪੜਤਾਲ ਕਰਾਂਗੇ ਫੇਰ ਜਾ ਕੇ ਪਤਾ ਲੱਗੂ, ਉੱਦਾਂ ਨਹੀਂ ਪਤਾ ਲੱਗਣਾ। ਪਰ ਭਗਤ ਕਬੀਰ, ਭਗਤ ਫਰੀਦ ਹਰ ਦਮ, ਹਰ ਵੇਲੇ, ਹਰ ਸਮੇਂ ਬਾਣੀ ਬੋਲਦਾ। ਜਿਸ ਵੇਲੇ ਗ੍ਰੰਥੀ ਸਿੰਘ ਉਹਨਾਂ ਦੀ ਬਾਣੀ ਬੋਲੀ ਜਾਂਦੀ, ਚੇਤੇ ਆਉਂਦੇ ਆ। ਜਿਹੜੇ ਪਾਗਲ ਲੋਕ ਇੱਦਾਂ ਦੇ ਸਵਾਲ ਕਰਦੇ ਆ ਨਾ, ਬਰਸੀ ਨਹੀਂ ਭਾਈ, ਉਹਨਾਂ ਦੀ ਕਮਾਈ ਆ। ਤੁਸੀਂ ਕਮਾਈ ਕਰ ਲਿਓ, ਕਿਉਂਕਿ ਸੱਚਾ ਮਾਰਗ ਚੱਲਦੇ ਆ। ਉਸਤਤ ਕਰੇ ਜਹਾਨ, ਉਸ ਮਾਰਗ ਤੇ ਚੱਲੇ ਜਿਸ ਮਾਰਗ ਦੇ ਪਰਥਾਏ ਗੁਰੂ ਨਾਨਕ ਦੀ ਬਾਣੀ ਨੇ ਇਸ਼ਾਰਾ ਦਿੱਤਾ। ਸਾਨੂੰ ਵੀ ਗੁਰਬਾਣੀ ਤੁਸੀਂ ਕਰ ਲਓ, ਤੁਸੀਂ ਵੀ ਰਹਿ ਲਓਗੇ। ਤੁਸੀਂ ਸੰਤ ਮਹਾਤਮਾ ਪੂਰਨ, ਅਧੂਰੇ ਨਹੀਂ। ਅਧੂਰੇ ਤਾਂ ਉਹਨਾਂ ਸਮਿਆਂ ਦੇ ਵਿੱਚ ਵੀ ਸੀ, ਗੁਰੂ ਨਾਨਕ ਦੇ ਸਮੇਂ ਵੀ ਸੀ, ਸਭ ਗਏ, ਖਤਮ ਹੋ ਗਏ। ਹੁਣ ਇੱਥੇ ਪੰਡਤਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਦੱਸੋ ਸਤਿਗੁਰੂ ਜੀ, ਵੀ ਜਿਹੜੇ ਸਾਧੂ ਮਹਾਤਮਾ ਤੁਸੀਂ ਕਹਿੰਦੇ ਬ੍ਰਹਮ ਗਿਆਨੀ ਉਹ ਸਦਾ ਲਈ ਰਹਿੰਦੇ ਆ। ਮਹਾਰਾਜ ਕਹਿੰਦੇ ਹਾਂ। ਵੀ ਕਿਹੜੀ ਚੀਜ਼ ਆ, ਕਿਹੜੀ ਵਸਤੂ ਆ ਜਿਹਦੇ ਕਰਕੇ ਅਸੀਂ ਨਹੀਂ ਰਹਿ ਸਕਦੇ? ਮਹਾਰਾਜ ਕਹਿਣ ਲੱਗੇ, ਪੰਡਤ ਜੀ ਤੁਹਾਡੀ ਅਕਲ ਹੈ। ਮਹਾਰਾਜ ਅਕਲ? ਮਹਾਰਾਜ ਕਹਿੰਦੇ ਹਾਂ। ਮਹਾਰਾਜ ਉਹ ਕਿਵੇਂ? ਫਿਰ ਮਹਾਰਾਜ ਨੇ ਕਿਹਾ, ਲਾਜ ਮਰੰਤੀ ਮਰ ਗਈ। ਲਾਜ ਮਰੰਤੀ ਮਰ ਗਈ। ਲਾਜ ਕਹਿੰਦੇ ਆ ਸ਼ਰਮ, ਲੋਕ ਲੱਜਿਆ ਸ਼ਰਮ। ਹੁਣ ਇਹਦਾ ਮਤਲਬ ਇਹ ਨਹੀਂ ਵੀ ਸ਼ਰਮ ਨਹੀਂ ਕਰਨੀ, ਕਿਉਂਕਿ ਮਹਾਰਾਜ ਦੇ ਬਚਨ ਆ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਸ਼ਰਮ ਤੇ ਕਰਨੀ ਆ। ਕਿ ਸਾਧੂ ਮਹਾਤਮਾ ਸ਼ਰਮ ਨਹੀਂ ਕਰਦਾ? ਉਹ ਤੇ ਸ਼ਰਮ ਦੇ ਸਹਿਤ ਆ। ਸ਼ਰਮ। ਜਦੋਂ ਮੈਂ ਬੰਦਗੀ ਕਰਦਾ, ਪਾਠ ਕਰ, ਦੇਖੋ ਅੱਜ ਬਹੁਤ ਲੋਕ ਇੱਦਾਂ ਦੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ, ਜਿਨ੍ਹਾਂ ਨੇ ਅੰਮ੍ਰਿਤ ਛਕਿਆ। ਅੰਮ੍ਰਿਤ ਇੱਕ ਨੇ ਛਕਿਆ ਤੇ ਨੁਕਤਾਚੀਨੀ ਕਰਨ ਵਾਲੇ ਬਾਹਲੇ। ਅੱਲਾ ਦੱਸ, ਹੁਣ ਤੂੰ ਅੰਮ੍ਰਿਤ ਛਕ ਲਿਆ ਤੂੰ? ਫਿਰ ਅੰਮ੍ਰਿਤਧਾਰੀ ਵੀ ਲੁਕਾਉਂਦਾ ਫਿਰਦਾ ਕਿਰਪਾਨਾਂ ਨੂੰ। ਮਾਨ ਸਾਹਿਤ ਨਹੀਂ ਕਹਿੰਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤਰ ਹਾਂ ਭਾਈ। ਦਾੜੀਆਂ ਰੰਗਦਾ ਫਿਰਦਾ, ਲੁਕਾਉਂਦਾ ਹੀ ਆ ਨਾ। ਕਿਉਂਕਿ ਦੇਖੋ ਮਹਾਰਾਜ ਦੇ ਬਚਨ ਆ, ਗੁਰੂ ਅਰਜਨ ਦੇ ਮਰਦ ਕਹਿੰਦੇ ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਬਿਲੰਬ ਕਹਿੰਦੇ ਦੇਰੀ।
ਪਾਪ ਦਾ ਕੰਮ ਕਰਨਾ ਤੇ ਦੇਰੀ ਕਰ, ਧਰਮ ਦਾ ਕਰਮ ਕਰਨਾ ਤੇ ਦੇਰੀ ਨਾ ਕਰੀ। ਪਰ ਅਸੀਂ ਉਲਟ ਕਰਦੇ ਹਾਂ। ਲਾਜ ਮਰੰਤੀ ਮਰ ਗਈ। ਇੱਕ ਤੇ ਬੁੱਧੀ ਭਗਤ ਫਰੀਦ ਜੀ ਦੇ ਮਨ ਵਿੱਚ ਵੀ ਇਹ ਵਿਚਾਰ ਆ ਗਈ ਸੀ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇਹੋ। ਫਿਰ ਕਹਿੰਦੇ ਭਿੱਜੋ ਸਿੱਜੋ ਕੰਬਲੀ, ਅੱਲਾ ਹੈ ਵਰਸੈ ਮੇਹੋ, ਜਾਏ ਮਿਲਾਂ ਤਿੰਨ ਸੱਜਣਾ, ਟੁੱਟੋ ਨਾ ਹੀ ਨੇਹੋ। ਕਹਿੰਦੇ ਕੋਈ ਗੱਲ ਨਹੀਂ, ਭਿੱਜਣ ਦਿਓ। ਅਸੀਂ ਸੰਗ ਜਾਂਦੇ ਹਾਂ, ਲੈ ਹੁਣ ਮੈਂ ਬਾਣੀ ਪੜ੍ਹਾਂ, ਮੈਂ ਹੁਣ ਸਿਮਰਨ ਕਰਾਂ, ਮੈਂ ਹੁਣ ਸਤ ਸੰਗਤ ਕਰਾਂ, ਮੈਂ ਹੁਣ ਨਾਮ ਜਪਾਂ। ਸੰਗਦੇ ਆ ਨਾ। ਸਾਧੂ ਨਹੀਂ ਸੰਗਦਾ। ਫਿਰ ਪਰਉਪਕਾਰ ਕਰ। ਬ੍ਰਹਮ ਗਿਆਨੀ ਸੀ ਬਾਬਾ ਭਗਤ ਪੂਰਨ ਜੀ, ਲੂਲੇ ਲੰਗੜਿਆਂ ਦੀ ਸੇਵਾ ਕੀਤੀ। ਸਭ ਪਰਉਪਕਾਰ ਜਨ ਮਰਨ ਦਹੂ ਮੈਂ ਨਾਹੀ। ਉਹ ਸੰਗੇ। ਫਿਰ ਜਿਹੜੀ ਅਕਲ ਹੈ ਬੁੱਧੀ ਸੰਗਦੀ ਸੀ ਨਾ ਸ਼ੁਭ ਕਰਮ ਕਰਨ ਤੋਂ। ਮਾੜਾ ਕੰਮ ਕਰਨਾ ਤਾਂ ਸੰਗਣਾ ਹੀ ਸੰਗਣਾ, ਉਹ ਸ਼ਰਮ ਰੱਖਣੀ ਆ। ਮਾੜੇ ਕੰਮ ਤੋਂ ਸ਼ਰਮ, ਸ਼ੁਭ ਕਰਮ ਤੋਂ ਕੋਈ ਸ਼ਰਮ ਨਹੀਂ। ਸ਼ੁਭ ਕਰਮ ਤੋਂ ਬਹੁਤ ਦੁਨੀਆ ਸੰਗਦੀ ਆ। ਮਹਾਰਾਜ ਕਹਿੰਦੇ ਨਹੀਂ, ਪਰ ਜਿਹੜੇ ਸੰਗਦੇ ਸੀ ਨਾ ਉਹ ਬੁੱਧੀ ਮਰ ਗਈ ਸ਼ੁਭ ਕਰਮ ਦੇ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਨੇ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਕੋਹੜੀ ਦੇਖੋ ਕਿੱਦਾਂ ਠੀਕ ਕੀਤੇ ਆਪਣੇ ਹੱਥੀਂ। ਲਾਜ ਮਰੰਤੀ ਮਰ ਗਈ। ਬਾਕੀ ਜਿਹੜੀ ਬੁੱਧੀ ਸੀ ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਹਨੂੰ ਚਤੁਸ਼ਟਾ ਕਿਹਾ ਵਿਦਵਾਨਾਂ ਨੇ। ਇੱਕ ਮਨ, ਇੱਕ ਬੁੱਧੀ, ਇੱਕ ਚਿੱਤ, ਇੱਕ ਹੰਕਾਰ, ਇਹ ਚਤੁਸ਼ਟਾ। ਇਹ ਰੁਕਾਵਟ ਨੂੰ ਅੰਤਸ਼ਕਰਨ ਵੀ ਬੋਲਦੇ ਆ। ਇਹ ਪ੍ਰਮਾਤਮਾ ਦੇ ਵਿੱਚ ਅਭੇਦ ਹੋਣ ਲਈ ਵੀ ਆਪਾਂ ਭੇਦ ਨਹੀਂ ਹੋ ਸਕਦੇ, ਰੁਕਾਵਟ ਹੈ। ਇੱਕ ਮਿੱਕ ਨਹੀਂ ਹੋ ਸਕਦੇ। ਜਾਣੀ ਜਿਹੜੀ ਮੇਰੀ ਅਕਲ ਸੀ ਨਾ, ਮੇਰੀ ਹਮ ਵੱਡ ਕੱਬ ਕਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗੁਣੀ ਗਿਆਨੀ ਸੂਰ ਹਮ ਦਾਤੇ, ਇਹ ਬੁੱਧ ਨਾਸੀ। ਇਹ ਬੁੱਧੀ ਅਕਲ ਇਹਨੂੰ ਕਹਿੰਦੇ ਆ। ਇਹ ਮਰ ਗਈ। ਜਿਵੇਂ ਪੰਡਤ ਆ ਕੇ ਪੁੱਛਣ ਲੱਗੇ ਕਬੀਰ ਸਾਹਿਬ ਨੂੰ, ਕਹਿੰਦੇ ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੰਡਤਾਂ ਨੇ ਇਹੀ ਪੁੱਛਿਆ ਸੀ ਨਾ ਵੀ ਕੀ ਪੜ੍ਹੇ ਹੋ। ਮਹਾਰਾਜ ਕਹਿੰਦੇ, ਕਬੀਰ ਸਾਹਿਬ ਕਹਿੰਦੇ ਮੈਂ ਕੀ ਪੜ੍ਹਨਾ। ਹੰਕਾਰ ਵਾਲੀ ਬਿਰਤੀ ਜਿਹੜੀ ਗੁਣਾਂ ਦੇ ਸੱਤ ਚੱਕੀ ਫਿਰਦਾ ਸੀ ਨਾ, ਉਹ ਮਰ ਗਈ। ਘੂੰਘਟ ਖੋਲ ਚਲੀ, ਘੂੰਘਟ ਘੁੰਡ ਲਾ ਦਿੱਤਾ। ਹੁਣ ਆਪਣੇ ਪਤੀ ਰੂਪੀ ਪਰਮੇਸ਼ਰ ਦੇ ਵੱਲ ਤੁਰ ਪਈ ਜੀਵ ਰੂਪੀ ਇਸਤਰੀ। ਸਾਸ ਦੀਵਾਨੀ ਬਾਵਰੀ ਸਿਰ ਤੇ ਸੰਕਟ ਲਈ। ਸਾਸ ਕਹਿੰਦੇ ਆ ਮਾਇਆ, ਅਗਿਆਨ ਰੂਪੀ ਮਾਇਆ ਜਿਹੜੀ ਆ ਨਾ, ਇਹਨੂੰ ਅਵਿਦਿਆ ਵੀ ਕਹਿ ਦਿੰਦੇ ਆ, ਅਗਿਆਨ ਵੀ ਕਹਿ ਦਿੰਦੇ ਆ। ਇਹ ਸਾਰੀ ਮਾਇਆ ਦੇ 5 ਨਾਮ ਆਏ ਆ, ਮੈਂ ਪੜ੍ਹੇ। ਇਹ ਕਹਿਣ ਮਾਤਰ 5 ਨਾਮ ਆ, ਪਰ ਵਿਆਖਿਆ ਬੜੀ ਡੂੰਘੀ ਹੋ ਜਾਣੀ ਆ ਸਮਝਾਉਣ ਦੇ ਲਈ। ਤਮੋਗੁਣ ਪ੍ਰਧਾਨ ਪ੍ਰਕਿਰਤੀ, ਦੂਜਾ ਨਾਮ ਇਹਦਾ ਆਇਆ ਅਗਿਆਨ, ਤੀਜਾ ਨਾਮ ਇਹਦਾ ਆਇਆ ਅਵਿਦਿਆ, ਚੌਥਾ ਨਾਮ ਇਹਦਾ ਆਇਆ ਮਾਇਆ, ਪੰਜਵਾਂ ਨਾਮ ਇਹਦਾ ਆਇਆ ਸ਼ਕਤੀ। ਇਹ 5 ਨਾਮ ਆਏ। ਇਹ ਜਿਹੜੀ ਮਾਇਆ ਨਾ, ਫਿਰ ਮਾਇਆ ਇਹ ਮਰ ਗਈ। ਸਾਸ ਦੀਵਾਨੀ ਬਾਵਰੀ, ਬਾਵਰੀ ਝੱਲੀ, ਇਹ ਮਰ ਗਈ। ਸਿਰ ਤੇ ਸੰਕਟ ਲਈ। ਹੁਣ ਜਦੋਂ ਮਾਇਆ ਹੀ, ਜਦੋਂ ਬੁੱਧੀ ਮਰ ਗਈ, ਮੇਰੀ ਬੁੱਧੀ ਬ੍ਰਹਮਾਕਾਰ ਬਿਰਤੀ ਹੋ ਗਈ, ਬ੍ਰਹਮ ਵਿੱਚ ਮੈਂ ਵਿਆਪਕ ਹੋ ਗਿਆ, ਫਿਰ ਮਾਇਆ ਗਈ, ਆਪਣੇ ਆਪ ਹੀ ਗਈ, ਸਿਰ ਤੋਂ ਟਲ ਗਈ। ਇਹ ਮਾਇਆ ਕਰਕੇ ਹੀ ਆ। ਪਰਮਾਤਮਾ ਵਿੱਚ ਭੇਦ ਮਾਇਆ ਕਰਕੇ ਨਹੀਂ ਹੋਇਆ ਜਾਂਦਾ। ਇਹ ਮੈਲ ਹੈ, ਦੋਸ਼ ਆ 3 ਤਰ੍ਹਾਂ ਦੇ, ਮਲ ਵਿਖੇਪ ਆਵਰਨ। ਪ੍ਰੇਮ ਬੁਲਾਈ ਰਲੀ ਸਿਓ, ਮਨ ਮੈਂ ਸ਼ਬਦ ਆਨੰਦ, ਲਾਲ ਰਤੀ ਲਾਲੀ ਪਹੀ, ਗੁਰਮੁਖ ਪਹੀ ਨਚੰਦ। ਪ੍ਰੇਮ ਬੁਲਾਈ ਰਲੀ ਸਿਓ। ਪ੍ਰੇਮ ਦੇ ਸਹਿਤ ਪਤੀ ਪਰਮੇਸ਼ਰ ਨੇ ਜੀਵ ਰੂਪੀ ਇਸਤਰੀ ਨੂੰ ਆਪਣੇ ਕੋਲੇ ਬੁਲਾ ਲਿਆ। ਜਿਵੇਂ ਭਗਤ ਜੀ ਦੇ ਬਚਨ ਆ ਨਾ, ਅੱਜ ਨਾ ਸੁੱਤੀ ਕੰਤ ਸਿਓ, ਅੰਗ ਮੁੜੇ ਮੁੜ ਜਾਏ। ਕੰਤ ਪਤੀ ਪਰਮੇਸ਼ਰ, ਜੀਵ ਰੂਪੀ ਇਸਤਰੀ
एक दिन भी ਉਹਦਾ ਨਾਗਾ ਪੈਂਦਾ ਨਾ, एक घड़ी ना मिलते तो कलयुग होता पति परमेश्वर दे नालों। एक गल याद रखियो, पति परमेश्वर दे नाल जिस वेले अभेद हो गया, मिल गया, फिर तो वख कर ही नहीं सकते। लूण की डली नूं समुंदर नालों किद्दां वख कर लोगे दसो? किसी च है ही नहीं ताकत, किसी विच समर्था है भी वह वख कर देवेगा? ये तो होना ही नहीं गा। बिल्कुल इन बिन इस तरह जिहड़ा भेद हो गया, जिहड़ा तदाकार हो गया, जिहड़ा मिल गया, वो वख नहीं होना। पर एक अवस्था होंदी है जग्यासू की अवस्था के प्रति कबीर साहब ने शब्द उचारिया भी अज ना सुत्ती कंत स्यों। खिच हो जाती है, खिच। जिवें गुरु अर्जन देव महाराज निरंकार रूप सी, पर गुरु रामदास दे चरणों के प्रति खिच इसी पै गई सी, कशिश। इत्थे महाराज उही दस रहे हैं, कहते प्रेम बुलाई, प्रेम के सहित परमात्मा ने बुला लिया जीव रूपी इस्त्री नूं, रली से वो रल गई फिर उहदे नाल। मन मह शब्द आनंद, नानक भगता सदा विगास। मन दे विच आनंद ही आनंद आया। लाल रत्ती लाली पई। दलील दे वजों देखो, एक लाल रंग आ, एक पानी आ, वो वखरा है। समझाउण दे लई एक दलील आ, उदाहरण है। पर जदों पानी लाल रंग दे विच आपां पा दिंदे आ ते पानी उहदा रूप ही हो जाता, लाल सुरख हो जाता है। उस रूप उहो जिहा रूप हो गया ना। इउं कहंदे लाल रत्ती लाली पई। निरंकार दे विच भेद हो गई जीव रूपी इस्त्री। फिर लाल रत्ती रंग चढ़ गया भाई, लाल रंग तिसको लागा जिसके वड भागा। जागो हर रंग लागो इस युग में सो कहीयत है सूरा। फिर बंद बंद भी चलिया कटा देवे, आरा भी चल पवे, खोपड़ी भी लै जे, फिर वो रंग नहीं उतरता। बस गुरमुख भई नचिंद, गुरु दे मुख तो उपदेश लैके जीव रूपी इस्त्री नचिंद चिंता तो रहत होगी। लाहा नाम रतन जप सार, लब लोभ बुरा अहंकार। पंडित ने पूछा महाराज जी फिर ये लाल रंग चढ़िया किवें? कोई उहदा साधन भी, कोई ढंग भी दसो, कोई तरीका। उन्होंने कुछ ना कुछ तो कीता ही होना। महाराज कहंदे हाँ। महाराज वो की? महाराज कहते लाहा नाम रतन जप सार। नाम रूपी जिहड़ा रतन है ना, उन्होंने जपिया। सार कह देंगे जिवें आपां कहने श्रेष्ठ, दूसरा अर्थ सार कह देंगे भी निचोड़ निकलिया। निकलिया कि जिवें आपां कहने भी कोई काम कीता भी उहदा निचोड़ की निकलिया, इउं कह लवो भी उहदा रिजल्ट की निकलिया। ये कह लवो भी उहदा रिजल्ट की निकलिया, दा एंड कह लवो। सार की निकलिया, रिजल्ट की निकलिया, बोध की होया। नाम रूप जिहड़ा रतन से उन्होंने जपिया। जपदियां लाहा लै लिया बहुत ज़्यादा पुरानी। तू आया लाहा लैन, लगा कित कुफकड़े सब मुकदी चली रहना। लाहा तो यह सी, पर बंदा तो उल्टी लई जांदा है। ठगियां मार के धन दौलत पता नहीं की कुछ। ये लाहा ले लिया, फिर रिजल्ट यही निकलिया। महाराज कहन लगे लाल, लाल दा अर्थ सूहा रंग चढ़ गया। लाल रत्ती लाली पई। फिर पर महाराज जी पंडित कहन लगे आम लोग आ जेड़े, वो क्यों नहीं महाराज नाम जप सकते? महाराज कहते एक रुकावट है। महाराज की? लभ लोभ बुरा अहंकार। लभ हुंदा पदार्थां दा लभ। पदार्थ ना जिहड़े मैं आ भी खा ला, इत्थों भी खा ला, उत्थों भी खा ला। ये साखी बड़ी लंमी है, मैं किसी दिन फिर साझी करांगा। कलयुग ने कहा सी जदों मेरा पूरा जोर होवेगा ना, दो इंद्रियां दे रसां दे विच बंदे खत्म हो जाणगे। गुप्त इंद्री
ਤੇ ਜ਼ਬਾਨ ਦਾ ਰਸ ਪਦਾਰਥਾਂ ਦਾ ਅੱਜ ਹੈ ਵੀ ਆ। ਲੱਭ ਲੋਭ ਹੁੰਦਾ ਲਾਲਚ, ਲੱਭ ਹੁੰਦਾ ਪਦਾਰਥਾਂ ਦਾ, ਇੱਥੇ ਵੀ ਖਾ ਲਵਾਂ ਉੱਥੇ ਵੀ ਖਾ ਲਵਾਂ, ਮੂੰਹ ਮਾਰਦੇ ਰਹਿਣਾ। ਬੜੇ ਲੋਕ ਇੱਦਾਂ ਦੇ ਦੇਖੇ, ਬਸ ਉਹ ਖਾਣ ਦੇ ਵਿੱਚ ਹੀ ਸਾਰਾ ਦਿਨ ਟਪਾ ਦਿੰਦੇ। ਲੋਭ ਹੁੰਦੇ ਲਾਲਚ ਵਸਤੂ ਦਾ, ਪਦ ਦਾ, ਅਹੁਦੇ ਦਾ, ਮਾਇਆ ਦਾ, ਧਨ ਦੌਲਤ ਦਾ, ਜ਼ਮੀਨ ਜਾਇਦਾਦ ਦਾ, ਇਹ ਲਾਲਚ ਆ। ਤੇ ਬੁਰਾ ਹੰਕਾਰ, ਇਹਨਾਂ ਤੋਂ ਅੱਗੇ ਆ ਹੰਕਾਰ। ਹੰਕਾਰ ਉਦੋਂ ਬੜਾ ਜ਼ਬਰਦਸਤ ਕਹੋ ਵੀ ਇਹ ਵਕਾਰ ਹੈ। ਲਾੜੀ ਚਾੜੀ ਲਾਏ ਤਬਾਰ, ਮਨਮੁਖ ਅੰਦਾ ਮੁਗਧ ਗਵਾਰ। ਪਹਿਲਾਂ ਲਾਏ ਤਬਾਰ ਦੇ ਅੱਖਰੀ ਅਰਥ ਕਰ ਲਈਏ। ਲਾ ਨੂੰ ਵੱਖਰਾ ਕਰ ਲਓ, ਇਤਬਾਰ ਨੂੰ ਵੱਖਰਾ ਕਰ ਲਓ। ਲਾ ਇਤਬਾਰ, ਲਾ ਦਾ ਅਰਥ ਆ ਵੀ ਗਵਾਚ ਜਾਣਾ, ਇਤਬਾਰ ਦਾ ਅਰਥ ਆ ਵੀ ਭਰੋਸਾ। ਵੈਸੇ ਲਾ ਇਤਬਾਰ ਦਾ ਅਰਥ ਚੁਗਲੀ। ਹੁਣ ਚੁਗਲੀ ਕਿਵੇਂ ਆ? ਇਤਬਾਰ ਦਾ ਲਾ ਗਵਾਚ ਜਾਣਾ, ਭਰੋਸਾ ਗਵਾਚ ਜਾਣਾ। ਲਾ ਇਤਬਾਰ ਦਾ ਅਰਥ ਹੈ ਜਿਵੇਂ ਕੋਈ ਕਿਸੇ ਤੇ ਬਹੁਤ ਜ਼ਿਆਦਾ ਭਰੋਸਾ ਕਰਦਾ, ਆਪਾਂ ਕਹਿੰਦੇ ਨੇ ਮੈਂ ਤੇਰੇ ਤੇ ਇੰਨਾ ਭਰੋਸਾ ਕਰਦਾ ਸੀ, ਤੂੰ ਮੇਰੀ ਚੁਗਲੀ ਕੀਤੀ, ਮੈਂ ਨਹੀਂ ਹੁਣ ਤੇਰੀ ਗੱਲ ਨਾ, ਮੈਂ ਭਰੋਸਾ ਕਰਨਾ ਹੀ ਨਹੀਂ। ਲਾ ਇਤਬਾਰ ਚੁਗਲਖੋਰ ਨੂੰ ਕਿਹਾ ਜਾਂਦਾ। ਬੜੇ ਬੰਦੇ ਹੁੰਦੇ ਇੱਦਾਂ ਦੇ ਚੁਗਲੀ ਕਰਨ ਵਾਲੇ। ਲਾੜੀ ਚਾੜੀ, ਲਾੜੀ ਚਾੜੀ ਦਾ ਅਰਥ ਹੈ ਵੀ ਇੱਕ ਤੇ ਨਿੰਦਿਆ ਕਰਨੀ, ਇੱਕ ਝੂਠੀ ਖੁਸ਼ਾਮਦ ਕਰਨੀ। ਜਿਵੇਂ ਮੈਂ ਦੇਖੋ ਕੰਡੇ ਨੂੰ ਫੁੱਲ ਕਹਿ ਦੇਣਾ, ਫੁੱਲ ਨੂੰ ਕੰਡਾ ਕਹਿ ਦੇਣਾ। ਜਿਵੇਂ ਕੋਈ ਗੁਰਸਿੱਖ ਆ, ਗੁਰਮੁਖ ਪਿਆਰਾ, ਰੱਬ ਦਾ ਪਿਆਰਾ, ਰੰਗੀ ਰੂਹ ਹੈ, ਉਹਦੀ ਬਿਨਾਂ ਗੱਲ ਤੋਂ ਨਿੰਦਿਆ ਕਰਨੀ, ਬਿਨਾਂ ਗੱਲ ਤੋਂ ਵੀ ਨਹੀਂ ਇਹ ਨਹੀਂ ਠੀਕ। ਅੱਜ ਬਹੁਤ ਕਰਦੇ ਆ ਨਾ। ਬ੍ਰਹਮ ਗਿਆਨੀ ਜਿਹੜੇ ਹੋਏ ਆ ਪੂਰਨ, ਉਹਨਾਂ ਦੀ ਵੀ ਕਰੀ ਜਾਂਦੇ ਆ। ਕੀ ਕੁਝ ਬੋਲੀ ਜਾਂਦੇ ਆ ਮਹਾਂਪੁਰਸ਼ਾਂ ਨੂੰ, ਬਾਬਾ ਆਨੰਦ ਸਿੰਘ ਵਰਗਿਆਂ ਨੂੰ। ਬ੍ਰਹਮ ਗਿਆਨੀ ਬਾਬਾ ਅਤਰ ਸਿੰਘ ਵਰਗੇ, ਉਹਨਾਂ ਦੀਆਂ ਕਮਾਈਆਂ ਸੀ ਭਾਈ। ਉਹ ਨਿੰਦੇ ਆ, ਜਾਣੀ ਫੁੱਲ ਨੂੰ ਕੰਡਾ ਕਹਿਤਾ ਤੇ ਕੰਡੇ ਨੂੰ ਫੁੱਲ ਕਹਿ ਦੇਣਾ। ਜਿਵੇਂ ਜਿਹੜੇ ਬੰਦੇ ਅਸਲ ਦੇ ਵਿੱਚ ਮਾੜੇ ਕਹਿਣ ਯੋਗ ਹੈ, ਉਹਨਾਂ ਨੂੰ ਕਹਿੰਦੇ ਨੇ ਕਿ ਲੀਡਰ ਲੋਕ ਸਾਰੇ ਮਾੜੇ ਕਹਿਣ ਯੋਗ ਹੈ। ਕਹੋ ਤਾਂ ਡੱਟ ਕੇ ਕਹੋ ਵੀ ਅਸੀਂ ਨਹੀਂ ਕਹਿੰਦੇ ਇਹਨਾਂ ਨੂੰ ਚੰਗੇ, ਜਾਂ ਲਾ ਲਓ ਜ਼ੋਰ। ਅਸੀਂ ਕੀ ਕਰਦੇ ਹਾਂ, ਮੈਂ ਕਹਿੰਦਾ ਹੁੰਦਾ ਵੀ ਸਾਡੇ ਲੋਕ ਨਾ, ਹੁਣ ਵੋਟਾਂ ਜੀਆਂ ਆ ਗਈਆਂ, ਵੋਟਾਂ ਵੇਲੇ ਬਾਪੂ ਕਹਿੰਦੇ ਮਗਰੋਂ ਸਾਡੀ ਸਾਰ ਨਾ। 4 ਮਹੀਨੇ ਰਹਿ ਕੇ ਦੇਖੋ ਹੁਣ ਕਿਵੇਂ ਅੱਡਿਆਂ 'ਤੇ ਵੀ ਸਫਾਈਆਂ ਹੋਈਆਂ ਜਾਂਦੀਆਂ, ਕਿਧਰੇ ਕੂੜਾ ਕਰਕਟ ਚੱਕਦੇ ਫਿਰਦੇ ਆ, ਕਿਧਰੇ ਲੋਕਾਂ ਦੇ ਗਰੀਬਾਂ ਦੇ ਘਰੇ ਚੌਂਤਰੇ 'ਤੇ ਆ ਕੇ ਰੋਟੀ ਖਾਂਦੇ ਹੋ। ਯਾਰ ਤੁਸੀਂ ਤੇ ਆਮ ਬੰਦਾ ਨਾ, ਮੈਂ ਸੋਚਦਾ ਉਹਨਾਂ ਪਰਜਾਂ ਦੀ ਗਿਆਨ ਬਿਨ ਤੁਹਾਨੂੰ ਇਹ ਲੀਡਰ ਲੋਕਾਂ ਦੀ ਬੁੱਧੀ ਤੁਹਾਡੇ ਨਾਲੋਂ ਬਹੁਤ ਉੱਚੀ ਫਿਰਦੀ ਆ। ਆਮ ਲੋਕਾਂ ਨਾਲ ਤੁਹਾਨੂੰ ਤਾਂ ਹਜੇ ਇੰਨੇ 'ਚ ਰਵਾਈ ਜਾਂਦੇ ਆ। ਤੁਹਾਡੇ ਘਰੇ ਆ ਕੇ ਚਾਹ ਪੀ ਲਈ, ਬੱਲੇ ਜੀ ਬੱਲੇ, ਹੱਦ ਹੋ ਗਈ ਆ। ਉਹਨਾਂ ਨੂੰ ਪਤਾ ਵੀ ਹਜੇ ਦਾ ਵੱਡੇ ਵੱਡੇ ਦਾ ਤਾਂ ਵਰਤਣ ਵਾਲੇ ਪਏ ਆ। ਇਸ ਹਿਸਾਬ ਨਾਲ ਤੁਹਾਨੂੰ ਪਤਾ ਨਹੀਂ ਕਿੰਨਾ ਕੁ ਤੇਰੇ ਬੁੱਧੂ ਬਣਾਉਣਗੇ। ਆ ਗਈਆਂ ਵੋਟਾਂ ਜੀ, ਚੱਕ ਕੇ ਚਲੋ ਜੀ, ਕਿਤੇ ਚਾਹ ਪੀ ਲਈ ਜਾ ਕੇ, ਕਿਤੇ ਉੱਥੇ ਰੁਕ ਗਏ, ਕਦੇ ਉਸ ਗਰੀਬ ਦੇ ਘਰੇ ਵੜ ਗਏ, ਕਦੇ ਪਤਾ ਨਾ ਵੋਟਾਂ ਆ ਗਈਆਂ। ਇੰਨੇ 'ਚ ਤੁਸੀਂ ਖੁਸ਼, ਰੂੰਗੇ 'ਚ। ਆਮ ਪਬਲਿਕ, ਆਮ ਜਨਤਾ ਮੈਂ ਇੱਥੋਂ ਦੀ ਦੇਖੀ ਹੈ, ਖਾਸ ਕਰਕੇ ਇੰਡੀਆ ਦੀ, ਇਹਨਾਂ ਨੂੰ ਰੂੰਗਾ ਚਾਹੀਦਾ, ਰੂੰਗਾ। ਉਹ ਦੇਈ ਜਾਂਦੇ ਤੁਹਾਨੂੰ ਲੀਡਰ, ਤੁਸੀਂ ਵਿਰ ਜਾਂਦੇ ਇੰਨੇ 'ਚ। ਲਾੜੀ ਚਾੜੀ, ਕੰਡੇ ਨੂੰ ਕੰਡਾ ਕਹਿ ਦੇਣਾ, ਫੁੱਲ ਨੂੰ ਫੁੱਲ ਕਹਿ ਦੇਣਾ, ਕੋਈ ਝੂਠੀ ਖੁਸ਼ਾਮਦ ਨਹੀਂ, ਕੋਈ ਨਿੰਦਿਆ ਨਹੀਂ। ਕੰਡੇ ਨੂੰ ਫੁੱਲ, ਫੁੱਲ ਨੂੰ ਕੰਡਾ ਕਹਿ ਦੇਣਾ, ਝੂਠੀ ਖੁਸ਼ਾਮਦ ਵੀ ਆ ਔਰ ਝੂਠੀ ਨਿੰਦਿਆ ਵੀ ਆ। ਮਨਮੁਖ ਅੰਧਾ ਮੁਗਧ ਗਵਾਰ, ਮਹਾਰਾਜ ਕਰਦਾ ਕੌਣ ਆ? ਪੰਡਤ ਪੁੱਛਣ ਲੱਗ। ਮਹਾਰਾਜ ਕਹਿੰਦੇ ਮਨਮੁਖ ਬੰਦੇ ਕਰਦੇ ਆ, ਅੰਧੇ ਬੰਦੇ। ਲਾਹੇ ਕਾਰਨ ਆਇਆ ਜੱਗ, ਹੋਏ ਮਜੂਰ ਗਿਆ ਠਗਾਏ ਠੱਗ। ਮਹਾਰਾਜ ਕਹਿੰਦੇ ਤੂੰ ਆਇਆ ਤਾਂ ਲਾਹਾ ਲੈਣ ਸੀ ਜੱਗ ਦੇ ਵਿੱਚ, ਸੰਸਾਰ ਵਿੱਚ ਭਈ ਪ੍ਰਾਪਤ ਮਾਨੁਖ ਦਿਹੋਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਆਇਆ ਤੇ ਲਾਹਾ ਲੈਣ ਸੀ, ਪਰ ਹੋਏ ਮਜੂਰ, ਗਿਆ ਠਗਾਏ ਠੱਗ, ਠੱਗਿਆ ਗਿਆ।
माया ने ठग लिया, परिवार ने ठग लिया, धंधिया ने ठग लिया, लभ लोभ हंकार ने ठग लिया, ठग के इत्थों चलिया गया बस, होर कुछ नहीं। बड़ा अपने आप को सियाणा समझदा, चतुर समझदा, रब की निगाह दे विच ठगिया गया। लाहा नाम पूंजी वे साहो, नानक सच्ची पत सच्चा पात साहो। फिर पुछे पंडितां ने, महाराज तुसी लाहा किहनूं मनदे हो? महाराज कहंदे भाई असीं भी मनदे हां लाहा, इसे गल नहीं। महाराज किहनूं? महाराज कहन लगे लाहा नाम पूंजी विसाहो। विसाहो का अर्थ हुंदा भी शरधा दे सहित जो गुरु ने हुक्म किया, गुरु के हुक्म मुताबक, गुरु के हुक्म ते पहरा दे के, बचना ते पहरा दे के, बचना नूं मन के नाम का लाहा ले लिया। फिर पूंजी, जिवें आपां कहने भी तेरे कोल किन्नी क पूंजी आ, बैलेंस कह लवो अज दे हिसाब च। काचा धन संच है मूर्ख गवार, बड़िया ने बैलेंस जोड़ ले। धर्म का बाणा पा के भी बथेरे लुट लए, लुट लुट के बैलेंस जोड़ी जाते हैं, पर यह असल पूंजी नहीं। इहो धन अखुट ना नकुटा ना जाए। जिहड़ा ओह धन पता नाम रूपी धन आ, वो ना उन्होंने कोई लुट नहीं सकता। गुर का बचन बसै जी नाले, जल नहीं डुबै तस्कर नहीं लेवै, पाहे ना सकै जाले। चोर चुरा नहीं सकता गा ना, अग बालदी नहीं गी। वो जड़ा नाम है ना, वो असल पूंजी आ। फिर महाराज वो मिलता कितों? नानक सच्ची पत सच्चा पात साहो। सच्चे पातशाह को मिलेगा, झूठे को नहीं। छेवें पातशाह के समय भी सवाल किया सी ना जहांगीर बादशाह ने भी तुहानू सच्चा पातशाह क्यों कहिंदे आ? फिर महाराज ने सारी तसल्ली करवाती सी। जो घाई ने आके साखी लम्मी आ मत्था टेकिया सीगा जहांगीर बादशाह कोले, तो पुछन लगा, वो घाई कहन लगा भी तू परलोक दे विच भी मेरी रखिया करेगा? वो कहंदा नहीं परलोक च नहीं। कहंदा फिर तू झूठा बादशाह हाँ। सच्चा पातशाह तो मेरा छेवें पातशाह को जाके कहन लगे महाराजा सच्चा पातशाह इत्थे भी इज्जत रखदा ते अगे भी रे रे दरगह कह ना को, आओ बैठ आदर सुभ दो।